ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ। ਚਿੰਤਾ ਲਾਹੇ ਹਮਾਰੀ, ਅਬਰ ਨ ਸੂਝੈ ਦੂਜੀ ਠਾਹਰ। ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟਹਿ। ਹਮ ਨਿਰਗੁਣ ਲਿਹੋ ਉਬਾਰੀ, ਸਦਬਖਸ਼ਿੰਦ ਸਦਾ ਮਿਹਰਬਾਨਾ। ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲਿਹੋ ਇਹ ਵਾਰੀ, ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ, ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ। ਨੂਰ ਅਰਸਹੁ ਕੁਰਸਹੁ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਹ ਰਾਖੈ ਸੋਈ ਸੁਖ ਥਾਨਾ, ਸਹਿਜੇ ਹੋਏ ਸੋਈ ਭਲ ਮਾਨਾ। ਬਿਨਸੇ ਬੈਰ ਨਹੀਂ ਨਾਹੀ ਕੋ ਬੈਰੀ, ਸਭ ਏਕੋ ਹੈ ਭਾਲਣਾ। ਜਹ ਰਾਖੈ ਸੋਈ ਸੁਖ ਥਾਨਾ, ਸਹਿਜੇ ਹੋਏ ਸੋਈ ਭਲ ਮਾਨਾ। ਬਿਨਸੇ ਬੈਰ ਨਾਹੀ ਕੋ ਬੈਰੀ, ਸਭ ਏਕੋ ਹੈ ਭਾਲਣਾ।
ਡਰ ਚੁਕੇ ਬਿਨ ਸੇ ਅੰਧਿਆਰੇ, ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ। ਆਪ ਛੋੜ ਪਏ ਸਰਨਾਈ, ਜਿਸ ਕਾ ਸਾਥ ਤਿਸ ਘਾਲਣਾ। ਐਸਾ ਕੋ ਵਡ ਭਾਗੀ ਆਇਆ, ਆਠ ਪਹਿਰ ਜਿਨ ਖਸਮ ਧਿਆਇਆ। ਤਿਸ ਜਨ ਕੈ ਸੰਗ ਤਰੈ ਸਭ ਕੋਈ, ਸੋ ਪਰਵਾਰ ਸਧਾਰਣਾ। ਇਹ ਬਖਸ਼ੀਸ ਖਸਮ ਤੇ ਪਾਵਾ, ਆਠ ਪਹਿਰ ਕਰ ਜੋੜ ਧਿਆਵਾ। ਨਾਮ ਜਪੀ ਨਾਮ ਸਹਿਜ ਸਮਾਵਾ, ਨਾਮ ਨਾਨਕ ਮਿਲੈ ਉਚਾਰਣਾ। ਇਹ ਬਖਸ਼ੀਸ ਖਸਮ ਤੇ ਪਾਵਾ, ਆਠ ਪਹਿਰ ਕਰ ਜੋੜ ਧਿਆਵਾ। ਨਾਮ ਜਪੀ ਨਾਮ ਸਹਿਜ ਸਮਾਵਾ, ਨਾਮ ਨਾਨਕ ਮਿਲੈ ਉਚਾਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਬਰ ਛਤਰ ਤਖ਼ਤ ਦੇ ਮਾਲਕ, ਬਾਣੀ ਕੇ ਬੋਹਿਤ, ਜਾਹਰਾ ਜਹੂਰ ਹਾਜ਼ਰਾ ਹਜੂਰ। ਸਰਬ ਕਲਾ ਸਮਰੱਥ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡ ਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਮਾਰੂ ਸੋਲ੍ਹੇ ਬਾਣੀ ਦੀ ਵਿਚਾਰ, ਪੰਜਵੇਂ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ।
पिछलेरे दीवाना दे विच आप जी ने 12 बंदा तक विचार श्रवण कीती सी, जिहदे विच सतगुरु महाराज ने सानू ये उपदेश बख्शिश कीता सी कि भाई तू गुरु दे उपदेश नू अपने हिरदे अंदर धारण करना कर। गुरु दे उपदेश नू कमा के सदीवी काल लई अपने मन नू उस रमंती राम दे नाम विच रंगना कर, उहदे च तदाकार कर। जिन्हें गुरु दे उपदेश नू कमाणा कीता ते गुरु साहबान जी बचन करते हैं, कहते उन्हां दे सारे बंधन टुट जाते ने। ते बंधन असल विच है किहड़े ने? जिहड़े सानू जिवें घर दे विच पशु डंगर बन्ने होंदे ने, वो रस्सी दे नाल बन्ने होंदे ने। आपां देखदे हां कि पशु बन्ह दिता, डंगर बन्निया होया है। इसे तरह गुरु सवारे एक बंधन ऐसे ने जिहड़े सानू दिखाई नहीं दे रहे हैं। बाहज बंधन आपां देख लवांगे, वो साडे नेत्रां राहीं सानू दिखाई देणगे, पर अंतरीव बंधन ऐसे ने जिहड़े सानू नहीं दिखाई दिंदे। रब दे प्यारे गुरमुख जन जदों कमाई करदे ने ना, कमाई करके उन्होंने फिर उन्हां बंधनां दा पता लग जाता। फिर वो गुरु की किरपा दे नाल उन्हां दे जदों गुरु दे उपदेश नूं कमाउंदे हन, उन्हां दे जिहड़े वो बंधन ने, बंधन किहड़े? विषयां दे बंधन, बंधन ने विकारां दे बंधन, माया दे बंधन इत्यादि। ये सारे बंधन टुट जाते ने। उन्हां गुरमुखां दे अंदरों फिर भरम इत्यादि सारा मुक जाता। जिवें कबीर साहबान जी वचन करते हैं, कहते नाको काटी कानो काटी काट कूट कै डारी, कहो कबीर संतन की बैरन तीन लोक की प्यारी। हुण ये कबीर साहबान जी ने जदों अभ्यास किया नाम बाणी का, शब्द सुरती का समेल होया। शब्द सुरती का समेल होण वेले उन्हां दी अवस्था इहो जी बन गई कि उन्होंने फिर उस माया के बंधनां नूं कट दिता, माया नूं भजा दिता। नाको काटी कानो काटी काट कूट कै डारी, खत्म कर दी। तो इस प्रकार सतगुरु कहते हैं जिहड़े उस मालक का नाम जपते ने, गुरु के बचनों के धारणी बनते हैं, गुरु के बचनों को कमाते हैं, उन्हां फिर गुरमुखां दे जिहड़े बंधन ने सतगुरु आप कट दिंदे ने। इत्थों तक आप जी ने कल वाले दीवाना, परसों वाले दीवाने विचार श्रवण की सी। हुण सतगुरु महाराज 13वें बंद द्वारा सानू पावन उपदेश बख्शिश कर रहे हैं। आओ अपनियां मन बिरतियां इकागर करिए, ध्यान गुरु चरणों नाल जोड़िए ते गुरु महाराज जी दे पावन उपदेश नूं हिरदियां विच वसा के अपना जीवन सफला करिए। करो सारे अपनी रसना पवित्र ते उचारण करो जी सतनाम श्री वाहिगुरु साहिब जी। जह राखै सोई सुख थाना, सहजे होए सोई भल माना। गुरु पातशाह जी बख्शिश कर रहे हैं कि जिहड़े गुरमुख जन गुरु के उपदेश के धारणी बनते हैं, उन्हां दी अवस्था उच्ची बन जाती है। वो कदे भी फिर परमात्मा उत्ते गुरु उत्ते रोस नहीं करते। मनमुख जीव की ये आदत है, मनमुख जीव नूं कोई दुख आ गया, दुख वेले परमात्मा नूं लांभे दिंदा, गुरु नूं लांभे दिंदा। इत्थों तक साडी हालत भी इहो जी हो गई है कि असी गुरु साहबान के चरणों च कोई अरदास की, बेनती की,
ਕੁਦਰਤੀ ਤੌਰ 'ਤੇ ਸਾਡੀ ਉਹ ਬੇਨਤੀ ਸਤਿਗੁਰ ਦੇ ਦਰ 'ਤੇ ਪ੍ਰਵਾਨ ਨਹੀਂ ਹੋਈ, ਸਾਡਾ ਕਾਰਜ ਰਾਸ ਨਹੀਂ ਹੋਇਆ, ਅਤੇ ਆਪਾਂ ਫਿਰ ਗੁਰੂ ਨੂੰ ਲਾਂਭੇ ਦੇਣ ਲੱਗ ਪੈਂਦੇ ਹਾਂ। ਗੁਰੂ ਸਾਡੀ ਸੁਣਦਾ ਨਹੀਂ ਹੈ, ਅਤੇ ਗੁਰੂ ਸਵਾਰਿਓ ਗੁਰੂ ਸੁਣਦਾ ਹੈ, ਅਤੇ ਗੱਲ ਹੈ ਗੁਰੂ ਉੱਤੇ ਵਿਸ਼ਵਾਸ ਦੀ, ਭਰੋਸੇ ਦੀ। ਭਰੋਸੇ ਤੋਂ ਨਾ ਕੁਝ ਵੀ ਨਹੀਂ ਹੋ ਸਕਦਾ ਹੈ। ਜਦੋਂ ਤੱਕ ਸਾਡਾ ਮਾਲਕ ਉੱਤੇ ਅਟੱਲ ਵਿਸ਼ਵਾਸ ਬਣ ਗਿਆ ਨਾ, ਅਤੇ ਮਾਲਕ ਨੇ ਹਰ ਪਲ ਹਰ ਸਮੇਂ ਸਾਡੀ ਸਹਾਇਤਾ ਕਰਨੀ ਹੈ। ਬਾਬਾ ਮੱਖਣ ਸ਼ਾਹ ਲਵਾਣੇ ਸਿੱਖ ਨੂੰ ਕੀ ਸੀ? ਵਿਸ਼ਵਾਸ ਸੀ ਨਾ ਗੁਰੂ ਉੱਤੇ। ਹਾਲਾਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਰਸ਼ਨ ਦੀਦਾਰੇ ਵੀ ਨਹੀਂ ਕੀਤੇ, ਪਰ ਵਿਸ਼ਵਾਸ ਸੀ ਕਿ ਕੇਵਲ ਦੇ ਕੇ ਗੁਰੂ ਨਾਨਕ ਦੇ ਘਰ ਦਾ ਗੁਰੂ ਨਾਨਕ ਦਾ ਘਰ ਇੱਕ ਐਸਾ ਹੈ ਜਿਹੜਾ ਇਸ ਸਮੇਂ ਡੁੱਬਦੇ ਹੋਏ ਜਹਾਜ਼ ਨੂੰ ਬੰਨੇ ਲਾ ਸਕਦਾ, ਬੇੜਾ ਬੰਨੇ ਲਾ ਸਕਦਾ ਹੈ। ਕਿੰਨੀ ਦੂਰ ਤੋਂ ਵਿਦੇਸ਼ਾਂ ਵਿੱਚ ਅਰਦਾਸ ਬੇਨਤੀ ਕਰ ਰਿਹਾ, ਅਤੇ ਅਰਦਾਸ ਬੇਨਤੀ ਪਹੁੰਚ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ। ਗੱਲ ਕੀ ਸੀ? ਅੰਦਰੋਂ ਅਰਦਾਸ ਕੀਤੀ ਸੀ। ਆਪਾਂ ਕਰਦੇ ਹਾਂ ਮੁੱਖ ਦੇ ਰਾਹੀਂ, ਕੰਠ ਤੱਕ ਤਾਂ ਜਾਂਦੀ ਨਹੀਂ ਹੈ। ਜਦੋਂ ਸਾਡੇ ਮੁੱਖ ਰਾਹੀਂ ਆਪਾਂ ਸਾਰੇ ਕਰਦੇ ਹਾਂ, ਜਿਸ ਦਿਨ ਇਹ ਕੀਤੀ ਅਰਦਾਸ ਸਾਡੀ ਕੰਠ ਤੱਕ ਚੱਲ ਗਈ, ਕੰਠ ਤੋਂ ਫਿਰ ਸਾਡੇ ਅੰਤःਕਰਨ ਹਿਰਦੇ ਵਿੱਚੋਂ ਚਲੀ ਗਈ, ਉੱਥੋਂ ਅਰਦਾਸ ਹੋ ਗਈ, ਫਿਰ ਗੱਲ ਉਦੋਂ ਬਣਦੀ ਹੈ ਅਸਲ ਵਿੱਚ। ਮੱਖਣ ਸ਼ਾਹ ਸਿੱਖ ਨੇ, ਬਾਬਾ ਜੀ ਨੇ ਅੰਦਰੋਂ ਅਰਦਾਸ ਕੀਤੀ, ਭਿੱਜ ਕੇ ਅਰਦਾਸ ਕੀਤੀ ਕਿ ਹੇ ਗੁਰੂ ਨਾਨਕ ਦੀ ਜੋਤ, ਮੈਨੂੰ ਨਹੀਂ ਪਤਾ ਕੌਣ ਹੈ ਗੱਦੀ 'ਤੇ ਬਿਰਾਜਮਾਨ, ਮੇਰਾ ਡੁੱਬਦਾ ਜਹਾਜ਼ ਬੰਨੇ ਲਾ ਦਿਓ ਜੇ, ਮੈਂ ਆਪ ਜੀ ਦੇ ਦਰ 'ਤੇ 500 ਸੋਨੇ ਦੀਆਂ ਮੋਹਰਾਂ ਅਰਪਣ ਕਰਾਂਗਾ। ਸੁਣੀ ਫਿਰ ਗੁਰੂ ਨੇ ਮੋਢਾ ਲਾ ਕੇ ਪਾਰ ਕੀਤਾ। ਜਦੋਂ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਜਦੋਂ ਬਕਾਲੇ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪ੍ਰਗਟ ਕੀਤਾ, ਪ੍ਰਗਟ ਕਰਨ ਤੋਂ ਪਹਿਲਾਂ ਜੋ ਭੋਰੇ ਵਿੱਚ ਘਟਨਾਵਾਂ ਵਾਪਰੀਆਂ, ਆਪ ਸਾਰੇ ਇਤਿਹਾਸ ਤੋਂ ਭਲੀ ਪਤ ਜਾਣੂ ਹੋ, ਕੇਵਲ ਟੂਕ ਮਾਤਰ। ਕਹਿੰਦੇ ਨੇ ਜਦੋਂ ਸਤਿਗੁਰੂ ਮਹਾਰਾਜ ਦੇ ਜਦੋਂ ਸਤਿਗੁਰ ਦੇ ਦਰਸ਼ਨਦਾਰੇ ਕੀਤੇ, 2 ਮੋਹਰਾਂ ਅਰਪਣ ਕੀਤੀਆਂ, ਅਤੇ ਪਾਤਸ਼ਾਹ ਕਹਿਣ ਲੱਗੇ ਜਦੋਂ ਡੁੱਬਦਾ ਜਹਾਜ਼ ਸੀ, ਜਹਾਜ਼ ਡੁੱਬ ਰਿਹਾ ਸੀ, ਉਦੋਂ 500 ਮੋਹਰਾਂ ਦਾ ਵਾਅਦਾ ਕੀਤਾ, ਹੁਣ 2 ਅਰਪਣ ਕਰ ਰਿਹਾ। ਗੁਰੂ ਮਾਇਆ ਦਾ ਭੁੱਖਾ ਨਹੀਂ ਹੈ, ਗੁਰੂ ਨੂੰ ਮਾਇਆ ਦੀ ਲੋੜ ਨਹੀਂ ਹੈ, ਪਰ ਗੁਰੂ ਬਸ ਗੁਰੂ ਦੇ ਚਰਨਾਂ 'ਚ ਤਾਂ ਬੇਨਤੀ ਕੀਤੀ ਹੈ। ਫਿਰ ਸਤਿਗੁਰੂ ਜੀ ਨੇ ਮੋਢਾ ਵੀ ਦਿਖਾਇਆ ਆਪਣਾ, ਕਹਿਣ ਲੱਗੇ ਦੇਖ ਆਹ ਦੇਖ ਸਾਡਾ ਮੋਢਾ, ਜਦੋਂ ਅਸੀਂ ਤੇਰਾ ਜਹਾਜ਼ ਡੁੱਬਦਾ ਬੰਨੇ ਲਾ ਰਹੇ ਸਨ, ਅਤੇ ਸਾਡੇ ਮੋਢੇ ਉੱਤੇ ਨਿਸ਼ਾਨ ਪਏ ਹੋਏ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹ ਕਲਾ ਦਿਖਾਈ, ਅਤੇ ਗੱਲ ਕੀ ਹੈ? ਵਿਸ਼ਵਾਸ ਦੀ। ਅੰਦਰੋਂ ਅਰਦਾਸ ਹੋਈ ਸੀ। ਜਦੋਂ ਅੰਦਰੋਂ ਅਰਦਾਸ ਹੋਣ ਲੱਗ ਜਾਵੇ ਨਾ, ਫਿਰ ਗੁਰੂ ਸਵਾਰੇ ਉਹ ਗੁਰਮੁਖ ਪਿਆਰਾ ਫਿਰ ਪ੍ਰਭੂ ਦੀ ਰਜਾ ਵਿੱਚ ਰਹਿੰਦਾ ਹੈ। ਕਦੇ ਵੀ ਪ੍ਰਭੂ ਤੋਂ ਉਲਟ, ਭਾਣੇ ਤੋਂ ਉਲਟ ਕਰਮ ਨਹੀਂ ਕਰਦਾ। ਉਹ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ। ਉਹ ਕਹਿੰਦਾ ਜਿਵ ਜਿਵ ਹੁਕਮ ਤਿਵੈ ਤੇ ਵਿਕਾਰ, ਵੇਖੈ ਵਿਗਸੈ ਕਰ ਵਿਚਾਰ। ਉਹ ਫਿਰ ਹਰ ਸਮੇਂ ਉਸ ਮਾਲਕ ਦੇ ਚਰਨਾਂ 'ਚ ਇੰਝ ਬੇਨਤੀ ਕਰਦਾ ਹੈ ਕਿ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ, ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕੋ ਬਲਿਹਾਰਾ। ਮੇਰੇ RAM ਰਾਏ ਜਿਉਂ ਰਾਖੈ ਤਿਉਂ ਰਹੀਐ, ਤੁਧ ਭਾਵੈ ਤਾ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਹੀਐ। ਰਜਾ ਵਿੱਚ ਰਹਿਣਾ, ਭਾਣੇ ਵਿੱਚ ਰਹਿਣਾ, ਭਾਣੇ ਤੋਂ ਕਦੇ ਉਲਟ ਕਰਮ ਨਹੀਂ ਕਰਨਾ। ਜੋ ਵਰਤ ਰਿਹਾ ਸੰਸਾਰ ਨੂੰ ਸਤ ਕਰਕੇ ਮੰਨ ਲੈਣਾ, ਇਹ ਪ੍ਰਭੂ ਦੇ ਪਿਆਰਿਆਂ ਦਾ ਜੀਵਨ ਹੈ। ਪ੍ਰਭੂ ਦੇ ਪਿਆਰੇ ਇਸ ਤਰ੍ਹਾਂ ਉਸ ਮਾਲਕ ਦੇ ਕੀਤੇ ਨੂੰ ਕਦੇ ਉਹ ਨਹੀਂ ਕਰਦੇ ਜੋ ਪਰਮਾਤਮਾ ਕਰਦਾ, ਕਦੇ ਉਹਦੇ ਉੱਤੇ ਰੋਸ ਨਹੀਂ ਕਰਦੇ ਕਿ ਪਰਮਾਤਮਾ ਨੇ ਆਹ ਚੰਗਾ ਨਹੀਂ ਕੀਤਾ, ਆਹ ਚੰਗਾ। ਕਹਿੰਦੇ ਪਰਮਾਤਮਾ ਚੰਗਾ ਹੀ ਕਰਦਾ ਹੈ। ਮਨੁੱਖ ਦੇ ਵਿੱਚ ਹੀ, ਜੀਵ ਦੇ ਵਿੱਚ ਹੀ ਘਾਟਾਂ ਹਨ, ਅਤੇ ਰੱਬ ਤਾਂ ਹਰ ਇੱਕ ਨਾਲ ਚੰਗਾ ਕਰਦਾ ਹੈ। ਕਿਉਂਕਿ ਗੁਰਬਾਣੀ ਦਾ ਫਰਮਾਨ ਹੈ
सतगुरु कहते ने जिहो जे जीव तैं कर्म कीते ने उहदे मुताबिक तू फल भोग रहा। जिहो जे कर्म कीते ने ਉਹ ਤੂੰ ਕਰਮ ਭੋਗ ਰਿਹਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਸ਼੍ਰੀ ਰਾਗ ਵਿੱਚ ਕਹਿੰਦੇ ਕਰਮ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਵ ਦੇ ਪਾਣੀ ਹੋਏ ਕਿਰਸਾਨ ਈਮਾਨ ਜਮਾਏ ਲੈ ਭਿਸਤ ਦੋਜਕ ਮੂੜੇ ਏਵ ਜਾਣੀ ਮਤ ਜਾਣ ਸਹਿ ਗੱਲੀ ਪਾਇਆ। ਕਹਿੰਦੇ ਮਤਾਂ ਮਨ ਵਿੱਚ ਇਹ ਜਾਣਨਾ ਕਰ, ਇਹ ਗੱਲਾਂ ਬਾਤਾਂ ਨਾਲ ਰੱਬ ਨੂੰ ਪ੍ਰਾਪਤ ਕਰ ਲਵਾਂਗੇ। ਮਾਣ ਕੈ ਮਾਣੈ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਐਵ ਤਨ ਚਿਕੜੋ ਇਹੋ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂੜੇ ਏਵ ਜਾਣੇ। ਕਹਿੰਦੇ ਦੇਖ ਕਰਮ ਕਰ ਧਰਤੀ ਬੀਜ ਸ਼ਬਦੋ ਕਰ। ਕਹਿੰਦੇ ਸਰੀਰ ਤੇਰਾ ਕੀ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਸਰੀਰ ਇੱਕ ਕਹਿੰਦੇ ਕਰਮ ਭੂਮੀ ਹੈ, ਮਿੱਟੀ। ਜਿਵੇਂ ਆਪਾਂ ਖੇਤ ਜ਼ਿਮੀਂਦਾਰ ਖੇਤ ਵਾਹੁੰਦਾ ਨਾ, ਆਪਾਂ ਖੇਤ ਵਾਹੁੰਦੇ ਹਾਂ, ਸੁਹਾਗਾ ਫੇਰਿਆ ਬੀਜ ਸੁੱਟਿਆ ਜਾਂਦਾ ਹੈ, ਬੀਜਿਆ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਸਰੀਰ ਵੀ ਤੇਰੀ ਇੱਕ ਜ਼ਮੀਨ ਹੈ, ਮਿੱਟੀ ਹੈ। ਇਸ ਸਰੀਰ ਵਿੱਚ ਕਹਿੰਦੇ ਤੂੰ ਕਰਮ ਕਰ ਧਰਤੀ ਸ੍ਰੇਸ਼ਟ ਕਰਮ ਕਰਨਾ, ਕਿਸਾਨ ਕਿਸਾਨੀ ਕਰਦਾ, ਮਿਹਨਤ ਕਰਦਾ। ਫਿਰ ਬੀਜ ਕਿਹੜਾ ਬੀਜਣਾ? ਬੀਜ ਸ਼ਬਦੋ ਕਰ, ਸ਼ਬਦ ਦਾ ਬੀਜ ਬੀਜ। ਜ਼ਿਮੀਂਦਾਰ ਨੇ ਫਸਲ ਬੀਜੀ, ਹਾੜੀ ਵੇਲੇ ਹਾੜੀ ਦੀ ਫਸਲ ਬੀਜ, ਸੋਹਣੀ ਵੇਲੇ ਸੋਹਣੀ ਦੀ ਫਸਲ ਬੀਜਣਾ ਕੀਤੀ, ਉਹਨੂੰ ਉਹੋ ਜਿਹਾ ਫਲ ਮਿਲ ਗਿਆ। ਕਹਿੰਦੇ ਇਸੇ ਹੀ ਸਰੀਰ ਧਰਤੀ ਦੇ ਉੱਤੇ ਕਹਿੰਦੇ ਐ ਜੀਵ ਸਿੱਖਾ ਤੂੰ ਨਾਮ ਦਾ ਬੀਜ ਬੀਜਣਾ ਕਰ। ਕਹਿੰਦੇ ਸ਼ਬਦ ਦਾ ਬੀਜ ਬੀਜ। ਫਿਰ ਕਹਿੰਦੇ ਅੱਗੋਂ ਸਤਿਗੁਰੂ ਜਦੋਂ ਫਸਲ ਬੀਜੀ ਜਾਂਦੀ ਹੈ, ਬੀਜ ਬੀਜ ਤਾਂ ਪਾਣੀ ਦਿੱਤਾ ਜਾਂਦਾ ਹੈ। ਸਤਿਗੁਰੂ ਕਹਿੰਦੇ ਪਾਣੀ ਕਿਹੜਾ ਦੇਣਾ ਹੈ? ਸ਼ਬਦ ਦਾ ਬੀਜ। ਤਾਂ ਆਪ ਜੀ ਨੇ ਦੱਸ ਦਿੱਤਾ ਕਿ ਆਹ ਸ਼ਬਦ ਧਰਤੀ ਇੱਕ ਮਿੱਟੀ ਦੀ ਨਿਆਈ, ਖੇਤ ਦੀ ਨਿਆਈ ਹੈ, ਇਹਦੇ ਵਿੱਚ ਨਾਮ ਦਾ ਬੀਜ ਸ਼ਬਦ ਦਾ ਬੀਜ ਬੀਜਣਾ ਕਰ। ਅਤੇ ਪਾਤਸ਼ਾਹ ਪਾਣੀ ਤੋਂ ਬਿਨਾਂ ਫਸਲ ਨਹੀਂ ਹੋ ਸਕਦੀ ਹੈ। ਅਤੇ ਸਤਿਗੁਰੂ ਮਹਾਰਾਜ ਫਿਰ ਉੱਤਰ ਦਿੰਦੇ ਨੇ, ਕਹਿੰਦੇ ਨੇ ਕਰਮ ਕਰ ਧਰਤੀ ਬੀਜ ਸ਼ਬਦੋ ਕਰ ਆਵ ਕੀ ਸਤ ਨਿਤ ਦੇਹ ਪਾਣੀ। ਕਹਿੰਦੇ ਜਿਹੜਾ ਤੂੰ ਸਤ ਪ੍ਰਤੱਗੀ ਹੋਣਾ, ਸੱਚ ਦਾ ਸਹਾਰਾ ਲੈਣਾ, ਕਦੇ ਵੀ ਝੂਠ ਵੱਲ ਨਹੀਂ ਜਾਣਾ। ਆਪਣਾ ਜੀਵਨ ਤੂੰ ਸੱਤ ਉੱਤੇ ਪਹਿਰਾ ਦੇ ਕੇ ਬਤੀਤ ਕਰਨਾ। ਚਾਹੇ ਤੇਰਾ ਸਿਰ ਵੱਢ ਦਿੱਤਾ ਜਾਵੇ ਪਰ ਤਾਂ ਸੱਚ ਨਹੀਂ ਤਿਆਗਣਾ। ਜਦੋਂ ਤੇਰਾ ਇਹੋ ਜਿਹਾ ਜੀਵਨ ਤੂੰ ਬਤੀਤ ਕਰਨ ਲੱਗ ਪਿਆ, ਕਹਿੰਦੇ ਇਹ ਪਾਣੀ ਕਹਿੰਦੇ ਤੂੰ ਉਹ ਸ਼ੁਭ ਬੀਜ ਨੂੰ ਲਾਉਣ ਲੱਗ ਪਿਆ, ਨਾਮ ਰੂਪੀ ਬੀਜ ਨੂੰ। ਕਹਿੰਦੇ ਫਿਰ ਹੋਏ ਕਿਰਸਾਨ ਈਮਾਨ ਜਮਾਏ ਲੈ ਪੇਸਤ ਦੋਜਕ ਮੂੜੇ ਇਹ ਵਜਾਣੇ। ਕਹਿੰਦੇ ਫਿਰ ਕਿਰਸਾਨ ਦਾ ਤਾਂ ਉਦਮੀ। ਕਹਿੰਦੇ ਇਸ ਤਰ੍ਹਾਂ ਤੂੰ ਕਿਰਸਾਨ ਬਣਨਾ, ਉਦਮੀ ਬਣਨਾ ਕਰ। ਕਹਿੰਦੇ ਇਹ ਫਸਲ ਜਮਾਣਾ ਕਰ, ਸ਼ੁਭ ਗੁਣਾ ਰੂਪੀ ਫਸਲ। ਕਹਿੰਦੇ ਭਿਸਤ ਦੋਜਕ। ਇਸਲਾਮ ਦੇ ਵਿੱਚ ਦੋ ਸ਼ਬਦ ਵਰਤੇ ਜਾਂਦੇ ਨੇ। ਜਿਵੇਂ ਹਿੰਦੂ ਵੀਰ ਜਾਂ ਸਿੱਖ ਮਤ ਦੇ ਵਿੱਚ ਸਵਰਗ ਅਤੇ ਨਰਕ ਕੀ ਗੱਲ ਕੀਤੀ ਜਾਂਦੀ ਹੈ, ਅਤੇ ਇਸਲਾਮ ਵਿੱਚ ਭਿਸਤ ਅਤੇ ਦੋਜਕ ਆਖਿਆ ਜਾਂਦਾ ਹੈ। ਦੋਜਕ ਦਾ ਅਰਥ ਹੈ ਨਰਕ ਅਤੇ ਭਿਸਤ ਦਾ ਅਰਥ ਹੈ ਸਵਰਗ, ਜੰਨਤ। ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਿਸਤ ਦੋਜਕ ਮੂੜੇ ਏਵ ਜਾਣੇ। ਕਹਿੰਦੇ ਇਹ ਤੇਰੇ ਕੀਤੇ ਹੋ, ਜਿਹੋ ਜਿਹੀ ਕਿਰਸਾਨ ਨੇ ਖੇਤੀ ਕਰ ਲਈ ਨਾ, ਜਿਹੋ ਜਿਹਾ ਬੀਜ ਵੇਚ ਦਿੱਤਾ, ਇਹਦੇ ਰਾਹੀਂ ਇਹ ਮੂਰਖ ਜੀਵ ਤੈਨੂੰ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਤੈਨੂੰ ਨਰਕ ਮਿਲਣਾ ਜਾਂ ਸਵਰਗ ਮਿਲਣਾ, ਇਹ ਤੇਰੇ ਕੀਤੇ ਆਪਣੇ ਕਰਮ ਨੇ, ਤੂੰ ਵੀ ਭੋਗ ਰਿਹਾ ਹੈ। ਪਰ ਨਾਲ ਪਾਤਸ਼ਾਹ ਉੱਤਰ ਦਿੰਦੇ ਨੇ, ਕਹਿੰਦੇ ਮਤਾਂ ਮਨ ਵਿੱਚ ਇਹ ਜਾਣਨਾ ਕਰ, ਮਤ ਜਾਣ ਸਹਿ ਗੱਲੀ ਪਾਇਆ। ਗੱਲਾਂ ਬਾਤਾਂ ਨਾਲ ਕਹਿੰਦੇ ਰੱਬ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕਿਵੇਂ ਪ੍ਰਾਪਤ ਕਰਨਾ ਹੈ? ਮਤ ਜਾਣ ਸਹਿ ਗੱਲੀ ਪਾਇਆ ਮਾਣ ਕੈ ਮਾਣੈ ਰੂਪ ਕੀ ਸੋਭਾ ਇਤ ਵਿਧ ਜਨਮ ਗਵਾਇਆ।
ਕਹਿੰਦੇ ਆਪਣੇ ਸੁੰਦਰ ਸਰੂਪ ਵੱਲ ਦੇਖ ਕੇ, ਜਵਾਨੀ ਵੱਲ ਦੇਖ ਕੇ, ਰੂਪ ਰੰਗ ਆਪਣਾ ਤੱਕਦਾ, ਸ਼ੀਸ਼ੇ ਅੱਗੇ ਖਲੋਂਦਾ, ਪਰਾਇਆ ਰੂਪ ਤੱਕਦਾ, ਇਹਦੇ ਵਿੱਚ ਹੀ ਕਹਿੰਦੇ ਤੂੰ ਮਾਣ ਵਿੱਚ ਉਫਰਿਆ ਫਿਰਦਾ ਏ। ਕਹਿੰਦੇ ਇਹ ਤੇ ਵਿਧੀ ਇਸ ਤਰੀਕੇ ਨਾਲ ਆਪਣਾ ਮਨੁੱਖਾ ਜਨਮ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਕੇ ਵਿਅਰਥ ਗਵਾ ਲਿਆ। ਐਬ ਤਨ ਚਿੱਕੜੋ ਇਹੋ ਮਨ ਮੀਂਡ ਕੋ, ਕਮਲ ਕੀ ਸਾਰ ਨਹਿ ਮੂੜੇ ਮੂੜ ਜਾਣੀ। ਕਹਿੰਦੇ ਸਰੀਰ ਕੀ ਹੈ? ਕਹਿੰਦੇ ਐਬ ਤਨ ਚਿੱਕੜੋ, ਤਨ ਚਿੱਕੜ ਦੀ ਨਿਆਈ ਹੈ। ਜਿਵੇਂ ਮਿੱਟੀ ਵਰਖਾ ਹੁੰਦੀ ਨਾ, ਕੱਚਾ ਥਾਂ ਹੋਵੇ ਉਹ ਚਿੱਕੜੇ ਚਿੱਕੜ ਇਕੱਠਾ ਹੋ ਜਾਂਦਾ ਹੈ। ਕਹਿੰਦੇ ਜਿਹੜੇ ਜੀਵ ਤੇਰੇ ਅੰਦਰ ਐਬ ਨੇ, ਬੁਰਾਈ ਹੈ, ਤੇਰੇ ਅੰਦਰ ਵਿਸ਼ੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹ ਵਿਸ਼ੇ ਇੱਕ ਤਰ੍ਹਾਂ ਚਿੱਕੜ ਦੀ ਨਿਆਈ ਹਨ। ਜਿਹੜਾ ਤੇਰਾ ਮਨ ਹੈ, ਮਨ ਤੇਰਾ ਮੀਂਡਕੋ, ਮੀਂਡਕ ਦਾ ਅਰਥ ਹੈ ਡੱਡੂ, ਮਨ ਤਾਂ ਡੱਡੂ ਦੀ ਨਿਆਈ ਹੈ। ਕਹਿੰਦੇ ਇਸੇ ਹੀ ਚਿੱਕੜ ਦੇ ਵਿੱਚ ਕਮਲ ਖੜਿਆ ਹੋਇਆ, ਕੌਲ ਖੜਿਆ, ਕਮਲ ਖੜਿਆ ਹੋਇਆ। ਪਰ ਸਤਿਗੁਰੂ ਕਹਿੰਦੇ ਨੇ, ਕਹਿੰਦੇ ਪਰ ਇਸ ਮਨ ਰੂਪੀ ਡੱਡੂ ਨੇ ਕਹਿੰਦੇ ਕਮਲ ਦੀ ਸਾਰ ਨਹੀਂ ਜਾਣਨਾ ਕੀਤੀ, ਤੇ ਡੱਡੂ ਚਿੱਕੜ ਵਿੱਚ ਹੀ ਫਿਰਦਾ ਰਿਹਾ। ਤੇ ਗੁਰੂ ਸਵਾਰਿਓ ਇਹ ਹੈ ਆਪਣੇ ਜੀਵਨ ਦਾ ਐਬ ਤਨ ਚਿੱਕੜੋ ਇਹ ਮਨ ਮੀਂਡ ਕੋ, ਕਮਲ ਕੀ ਸਾਰ ਨਹੀਂ ਮੂੜੇ ਮੂਝਣੀ। ਕਹਿੰਦੇ ਇਸ ਤਰ੍ਹਾਂ ਕਹਿੰਦੇ ਇਹ ਮੂਰਖ ਜੀਵ ਤੂੰ ਕਮਲ ਦੀ ਸਾਰ ਨਹੀਂ ਜਾਣ ਸਕਿਆ। ਭਾਵ ਤੂੰ ਪਰ ਜਿਸ ਕਾਰਜ ਕੰਮ ਲਈ ਤੈਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਉਹ ਤੂੰ ਕਰਮ ਸੰਸਾਰ ਵਿੱਚ ਆ ਕੇ ਨਹੀਂ ਕਰ ਸਕਿਆ, ਜਿਹਦੇ ਨਾਲ ਤੇਰੀ ਪਰਮਾਤਮਾ ਨਾਲ, ਗੁਰੂ ਨਾਲ ਨੇੜਤਾ ਬਣਨੀ ਸੀ, ਗੁਰੂ ਨਾਲ ਗੁਣਾਂ ਦੀ ਸਾਂਝ ਪੈਣੀ ਸੀ। ਉਹ ਕਰਮ ਤੂੰ ਨਹੀਂ ਕਰ ਸਕਿਆ। ਜਦੋਂ ਤੂੰ ਉਹ ਕਰਮ ਨਹੀਂ ਕੀਤੇ, ਤੈਨੂੰ ਦੁੱਖਾਂ ਨੇ ਆ ਕੇ ਘੇਰਿਆ, ਤੈਨੂੰ ਦੁੱਖ ਤਕਲੀਫ ਆਈ, ਤੇ ਦੁੱਖ ਤਕਲੀਫ ਵੇਲੇ ਤੂੰ ਰੱਬ ਨੂੰ ਲਾਂਭੇ ਦੇਣ ਲੱਗ ਪਿਆ, ਗੁਰੂ ਨੂੰ ਲਾਂਭੇ ਦਿੰਦਾ ਹੈ। ਕਰਮ ਤਾਂ ਤੇਰੇ ਆਪਣੇ ਨੇ ਨਾ। ਬੁਰਾ ਕਿਸੇ ਦਾ ਆਪਾਂ ਚਿਤਵੀਏ ਤੇ ਸਾਡਾ ਬੁਰਾ ਹੋਵੇਗਾ, ਪਰ ਉਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ, ਗੁਰਬਾਣੀ ਕਹਿੰਦੀ ਹੈ। ਕਿਸੇ ਦਾ ਮਾੜਾ ਤੱਕੀਏ ਨਾ, ਕਿਸੇ ਨੂੰ ਆਪਾਂ ਟੋਆ ਪੁੱਟੀਏ, ਤੇ ਉਸ ਟੋਏ ਵਿੱਚ ਆਪਾਂ ਡਿੱਗਾਂਗੇ ਜ਼ਰੂਰ, ਸਮਾਂ ਲੱਗਦਾ ਹੈ, ਡਿੱਗਦੇ ਜ਼ਰੂਰ ਨੇ। ਤਾਂ ਹੀ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਮਝਾ ਦਿੱਤਾ, ਕਹਿੰਦੇ ਇਸ ਤਰ੍ਹਾਂ ਬੇਨਤੀ ਕਰਿਆ ਕਰੋ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਕਿ ਪ੍ਰਮਾਤਮਾ ਅਸੀਂ ਚੰਗੇ ਨਹੀਂ ਹੈ, ਸਾਡੀ ਨਿਗਾਹ ਵਿੱਚ ਕੋਈ ਬੁਰਾ ਨਹੀਂ ਹੈ। ਤੇ ਜਿਨ੍ਹਾਂ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ, ਉਹਨਾਂ ਨੂੰ ਫਿਰ ਸਤਿਗੁਰੂ ਆਪ ਤਾਰਦੇ ਨੇ। ਉਹ ਪ੍ਰਭੂ ਦੇ ਭਾਣੇ ਨੂੰ ਫਿਰ ਮਿੱਠਾ ਕਰਕੇ ਮੰਨਦੇ ਨੇ। ਤੇ ਇੱਥੇ ਪਾਤਸ਼ਾਹੀ ਬਚਨ ਕਰ ਰਹੇ ਨੇ, ਕਹਿੰਦੇ ਜਹ ਰਾਖੈ ਸੋਈ ਸੁਖ ਥਾਨਾ। ਹੇ ਪਰਮੇਸ਼ਰ, ਜਿੱਥੇ ਤੂੰ ਰੱਖੇਗਾ ਨਾ, ਉਹ ਤੇਰੇ ਪਿਆਰੇ ਭਗਤਾਂ ਲਈ, ਗੁਰਮੁਖਾਂ ਲਈ ਉਹੀ ਥਾਨ ਸੁੱਖਾਂ ਵਾਲੀ ਬਣ ਜਾਂਦੀ ਹੈ। ਪਰ ਤੇਰੀ ਰਜਾ ਤੋਂ ਬਿਲਕੁਲ ਉਲਟ ਨਹੀਂ ਚੱਲਦੇ ਹੋ। ਸਹਿਜੇ ਹੋਏ ਸੋਈ ਭਲ ਮਨ। ਜਦੋਂ ਸਹਿਜ ਵਾਲੀ ਅਵਸਥਾ, ਆਤਮਿਕ ਅਡੋਲਤਾ ਵਾਲੀ ਅਵਸਥਾ ਬਣ ਜਾਂਦੀ ਹੈ, ਫਿਰ ਜੋ ਪ੍ਰਭੂ ਦਾ ਹੁਕਮ ਹੁੰਦਾ, ਜੋ ਪ੍ਰਭੂ ਕਹਿੰਦਾ ਏ, ਗੁਰੂ ਕਹਿੰਦਾ ਹੈ, ਉਹਨੂੰ ਭਲ ਮੰਨ, ਭਲਾ ਕਰਕੇ ਮੰਨ ਲੈਂਦਾ। ਤਿੰਨ ਭੱਬੇ ਸਿੱਖ ਨੇ ਯਾਦ ਰੱਖਣੇ ਨੇ। ਸਾਡੇ ਗੁਰੂ ਸਾਹਿਬਾਨ ਨੇ, ਗੁਰੂ ਅੰਗਦ ਦੇ ਮਹਾਰਾਜ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੇ ਨੇ ਨਾ, ਤਿੰਨ ਭੱਬੇ ਯਾਦ ਰੱਖੇ ਸੀ, ਭਾਣਾ ਜੀ, ਭੁੱਲ ਗਿਆ ਜੀ, ਭਲਾ ਜੀ। ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੋਈ ਦੁੱਖ ਆਉਂਦਾ ਝਿੜਕਦੇ ਨੇ ਸਤਿਗੁਰੂ ਮਹਾਰਾਜ, ਤੇ ਸਤਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੇ ਨੇ। ਜੇ ਗੁਰੂ ਸਵਾਰਿਓ, ਜੇ ਕੋਈ ਸਤਿਗੁਰੂ ਨੇ ਕਾਰਜ ਆਖਿਆ ਨਹੀਂ ਹੋ ਸਕਿਆ, ਐਸਾ ਤਾਂ ਵੈਸੇ ਨਹੀਂ ਇਹ ਗੁਰੂ ਅੰਗਦ ਦੇਵ ਨੇ ਕਾਰਜ ਨੇ ਕੀਤਾ ਹੋਵੇ। ਜੇ ਸਤਿਗੁਰੂ ਕਹਿੰਦੇ ਆਹ ਕੰਮ ਕਰਨਾ, ਸਤ ਬਚਨ ਜੀ, ਜੇ ਸਤਿਗੁਰੂ ਨੂੰ ਪਸੰਦ ਨਹੀਂ ਹੈ ਕਿ ਪਾਤਸ਼ਾਹ ਤੁਸੀਂ ਆਖਿਆ ਸੀ ਮੈਂ ਕਰ ਨਹੀਂ ਸਕਿਆ, ਜਿਵੇਂ ਤੁਸੀਂ ਸਮਝਾਇਆ ਸੀ ਨਾ ਉਸ ਤਰੀਕੇ ਨਾਲ ਮੈਂ ਕਰਨੀ, ਮੈਂ ਭੁੱਲ ਗਿਆ ਸੀ ਜੀ, ਤੇ ਭਲਾ ਜੀ, ਤੇ ਸਾਰਿਆਂ ਦਾ ਭਲਾ ਲੋਚਣਾ। ਇਹ ਤਿੰਨ ਭੱਬੇ ਪਾਤਸ਼ਾਹ ਨੇ ਜਾ ਰੱਖੇ। ਸਾਨੂੰ ਵੀ ਹੁਕਮ ਹੈ ਕਿ
ਇਹ ਸਿੱਖ ਜਦੋਂ ਆਪਣੇ ਜੀਵਨ ਕਾ 3 ਭੱਬਿਆਂ ਨੂੰ ਕਮਾ ਲਵੇਗਾ ਨਾ, 3 ਭੱਬੇ ਕਮਾ ਲਵੇਗਾ, ਤੇ ਉਦੋਂ ਸਿੱਖ ਦਾ ਜੀਵਨ ਸਫਲਾ ਹੋ ਜਾਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਇੱਕ ਸਿੱਖ ਹੋਇਆ ਜਿਹਦਾ ਨਾਮ ਹੈ ਪ੍ਰੇਮਦਾਸ। ਪ੍ਰੇਮਦਾਸ ਕਹਿੰਦੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪ੍ਰੇਮਦਾਸ ਸਿੰਘ ਬਣ ਗਿਆ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਕੋਲ ਹਜ਼ੂਰੀ ਵਿੱਚ ਸੇਵਾ ਕਰਦਾ, ਨਾਮ ਬਾਣੀ ਦਾ ਅਭਿਆਸੀ ਹੈ, ਬੰਦਗੀ ਕਰਨ ਵਾਲਾ ਹੈ, ਅਤੇ ਨਿੱਤ ਦਾ ਨਿਯਮ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨੇ, ਫਿਰ ਜਲ ਪਾਣੀ ਛਕਣਾ। ਕਦੇ ਵੀ ਗੁਰੂ ਦੇ ਹੁਕਮ ਤੋਂ ਉਲਟ ਕੰਮ ਨਹੀਂ ਕਰਨਾ। ਅੱਜ ਕਲਗੀਆਂ ਵਾਲੇ ਪਾਤਸ਼ਾਹ ਨੇ ਪੇਪਰ ਪਾ ਦਿੱਤਾ। ਪੇਪਰ ਪਾਇਆ, ਕਹਿਣ ਲੱਗੇ ਪ੍ਰੇਮਦਾਸ ਲਹਿੰਦੇ ਵੱਲ ਜਾਣਾ ਕਰ, ਉੱਧਰ ਜਾ ਕੇ ਤੂੰ ਸਿੱਖੀ ਦਾ ਪ੍ਰਚਾਰ ਕਰ, ਸਤਨਾਮ ਵਾਹਿਗੁਰੂ ਦਾ ਜਾਪ ਜਪ ਤੇ ਲੁਕਾਈ ਨੂੰ ਜਪਾ। ਤੇ ਬਾਬਾ ਪ੍ਰੇਮਦਾਸ ਜੀ ਨੇ ਕਹਿੰਦੇ ਹੱਥ ਜੋੜੇ, ਨੇਤਰਾਂ ਵਿੱਚ ਵਿਰਾਗ ਆ ਗਿਆ, ਹੰਝੂ ਡਿੱਗ ਰਹੇ ਨੇ, ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਕਲਗੀਆਂ ਵਾਲੇ ਪਾਤਸ਼ਾਹ ਆਪ ਜੀ ਨੇ ਮੈਨੂੰ ਹੁਕਮ ਕੀਤਾ ਕਿ ਲਹਿੰਦੇ ਵੱਲ ਸਿੱਖੀ ਦਾ ਜਾ ਕੇ ਪ੍ਰਚਾਰ ਕਰ, ਉੱਥੇ ਜਾ ਕੇ ਲੰਗਰ ਲਾ, ਇਹ ਸਾਰੇ ਕਾਰਜ ਕਰ। ਪਰ ਪਾਤਸ਼ਾਹ ਮੇਰਾ ਨਿਯਮ ਜੋ ਬਣਿਆ ਹੋਇਆ, ਨਿਤਾ ਪ੍ਰਤੀ ਆਪ ਦੇ ਦਰਸ਼ਨ ਦੀਦਾਰੇ ਕਰਕੇ ਪਾਤਸ਼ਾਹ ਮੈਂ ਆਪਣੇ ਜੀਵਨ ਨੂੰ ਬਤੀਤ ਕਰਦਾ ਹਾਂ, ਆਰੰਭਤਾ ਕਰਦਾ ਜੀਵਨ ਦੀ, ਤੇ ਇੰਨੀ ਦੂਰ ਚਲਿਆ ਜਾਵਾਂਗਾ ਪਾਤਸ਼ਾਹ, ਫਿਰ ਮੇਰਾ ਜੀਵਨ ਕਿਵੇਂ ਬਤੀਤ ਹੋਵੇਗਾ, ਮੇਰਾ ਸਫ਼ਰ ਕਿਵੇਂ ਹੋਵੇਗਾ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਆਖਣ ਲੱਗੇ, ਸਿੱਖਾ ਜਦੋਂ ਤੂੰ ਲਹਿੰਦੇ ਵੱਲ ਚਲਿਆ ਗਿਆ ਨਾ, ਉੱਥੇ ਸਿੱਖਾਂ ਦੇ ਦਰਸ਼ਨ ਦੀਦਾਰੇ ਕਰ ਲਵੇਂ। ਸਿੱਖ ਸਿੰਘ ਸੱਜ ਕੇ ਆਉਣਗੇ, ਸ਼ਸਤਰਧਾਰੀ ਹੋਣਗੇ, ਸਿੰਘਾਂ ਦੇ ਦਰਸ਼ਨ ਦੀਦਾਰੇ ਕਰੀ, ਤੇ ਸਿੰਘਾਂ ਦੇ ਵਿੱਚੋਂ ਤੈਨੂੰ ਮੇਰੇ ਦਰਸ਼ਨ ਦੀਦਾਰੇ ਹੋਣਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਕਿ ਉਹ ਸਿੰਘਾਂ ਵਿੱਚੋਂ ਤੈਨੂੰ ਮੇਰੇ ਦਰਸ਼ਨ ਦੀਦਾਰੇ ਹੋਣਗੇ। ਪਾਤਸ਼ਾਹ ਕਹਿੰਦੇ 5 ਸਿੰਘ ਇਕੱਠੇ ਕਰਕੇ ਦਰਸ਼ਨ ਦੀਦਾਰੇ ਕਰ ਲਵੇਂ। ਕਹਿਣ ਲੱਗਿਆ ਪਾਤਸ਼ਾਹ ਜੇ 5 ਸਿੰਘ ਨਾ ਮਿਲੇ ਫਿਰ? ਕਹਿਣ ਲੱਗੇ ਕੋਈ ਗੱਲ ਨਹੀਂ, 2 ਸਿੰਘ ਹੋਣ 1 ਹੋਵੇ, ਸਿੰਘ ਦੇ ਦਰਸ਼ਨ ਦੀਦਾਰੇ ਕਰੀ, ਸਿੰਘ ਵਿੱਚੋਂ ਤੈਨੂੰ ਮੇਰੇ ਦੀਦਾਰ ਹੋਣਗੇ। ਫਿਰ ਸਿੱਖ ਕਹਿਣ ਲੱਗਿਆ ਕਿ ਪਾਤਸ਼ਾਹ ਇਹ ਤਾਂ ਗੱਲ ਠੀਕ ਹੈ ਕਿ ਸਿੱਖ ਸਿੰਘ ਦੇ ਮੈਂ ਦਰਸ਼ਨ ਦੀਦਾਰੇ ਕਰਾਂ, ਉਹਦੇ ਵਿੱਚ ਤੁਹਾਡੀ ਝਲਕ ਪਵੇ, ਤੁਹਾਡੇ ਦੀਦਾਰ ਹੋ ਜਾਣਗੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲਹਿੰਦੇਵਾਲ ਦਾ ਇਲਾਕਾ ਹੈ, ਉਧਰਲੇ ਪਾਸੇ ਜੇਕਰ ਕੋਈ ਸਿੱਖ ਹੋਇਆ ਹੀ ਨਹੀਂ, ਕੋਈ ਸਿੰਘ ਹੀ ਨਹੀਂ ਮਿਲਿਆ, ਫਿਰ ਕੀ ਕਰਾਂਗੇ? ਗਿਣਤੀ ਸਿੰਘਾਂ ਦੀ ਬੜੀ ਘੱਟ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਸਿੰਘਾ ਫਿਰ ਤਿਆਰ ਹੋ ਕੇ ਨਾ, ਸ਼ਾਸਤਰ ਸਜਾ ਕੇ, ਸੋਹਣਾ ਦਮਾਲਾ ਸਜਾ ਕੇ, ਦਸਤਾਰ ਸਜਾ ਕੇ, ਦਰਪਣ ਅੱਗੇ ਖਲੋ ਜਾਵੀਂ, ਤੇ ਆਪਣਾ ਚਿਹਰਾ ਦੇਖ ਕੇ ਨਾ ਗੱਜ ਕੇ ਫਤਿਹ ਬੁਲਾ ਦੇਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਗੱਜ ਕੇ ਫਤਿਹ ਬੁਲਾ ਦੇਣੀ। ਕਹਿੰਦੇ ਤੇਰੇ ਚਿਹਰੇ ਦੇ ਵਿੱਚੋਂ ਹੀ ਤੈਨੂੰ ਮੇਰੇ ਦੀਦਾਰ ਹੋਣਗੇ, ਦਰਸ਼ਨ ਹੋਣਗੇ। ਕਿੱਡੀ ਵੱਡੀ ਬਖਸ਼ਿਸ਼, ਕਿੱਡੀ ਵੱਡੀ ਕਿਰਪਾ ਕੀਤੀ ਹੈ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਡੇ ਉੱਤੇ, ਕਿ ਤੇਰੇ ਚਿਹਰੇ ਵਿੱਚੋਂ ਤੈਨੂੰ ਸਾਡੇ ਦੀਦਾਰ ਹੋਣਗੇ। ਪਰ ਮਾਫ਼ ਕਰਨਾ ਗੁਰੂ ਸਾਹਿਬ, ਅਸੀਂ ਚਿਹਰਿਆਂ ਦੀ ਸ਼ਕਲ ਵਿਗਾੜ ਰਹੇ ਹਾਂ। ਜਿਹੋ ਜਿਹਾ ਸਾਨੂੰ ਸਾਬਤ ਸੂਰਤ ਗੁਰੂ ਕਲਗੀਧਰ ਪਾਤਸ਼ਾਹ ਨੇ ਬਣਾਇਆ ਸੀ ਨਾ, ਅਸੀਂ ਆਪਣੀਆਂ ਸ਼ਕਲਾਂ ਵਿਗਾੜ ਰਹੇ ਹਾਂ। ਸਾਨੂੰ ਉਹ ਭੁੱਲ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਉੱਤੇ ਐਡੀ ਵੱਡੀ ਬਖਸ਼ਿਸ਼ ਕੀਤੀ ਹੈ।
ਜਿਹੋ ਜਿਹਾ ਰੂਹਾਨੀ ਚਿਹਰਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ, ਉਹੋ ਜਿਹਾ ਚਿਹਰਾ ਸਤਿਗੁਰ ਨੇ ਆਪਣੇ ਸਿੰਘਾਂ ਨੂੰ ਬਖਸ਼ਣਾ ਕੀਤਾ ਹੈ। ਜੇ ਪੰਜਾਂ ਕਕਾਰਾਂ ਦੀ ਵਰਦੀ ਮੇਰੇ ਗੁਰਦੇਵ ਜੀ ਨੇ ਪਹਿਨੀ ਹੈ ਨਾ, ਤੇ ਸਾਨੂੰ ਵੀ ਹੁਕਮ ਕੀਤਾ ਤੇ ਪੰਜਾਂ ਦੀ ਵਰਦੀ ਪਹਿਨਣੀ ਹੈ, ਪੰਜ ਕਕਾਰ ਪਹਿਨਣੇ ਨੇ। ਕੀ ਫਰਕ ਰੱਖਿਆ? ਤੇ ਸਿੰਘ ਗੁਰੂ ਸਵਾਰਿਓ ਸਤਿਗੁਰ ਦੇ ਚਰਨਾਂ 'ਚ ਮੱਥਾ ਟੇਕਿਆ, ਤੁਰਨ ਲੱਗਿਆ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਹਿੰਦੇ ਆਪਣੇ ਕੋਲੋਂ ਬਾਜਰਾ ਤੇ ਕੁਝ ਕੁ ਮਾਂਹ ਦੇਣਾ ਕੀਤੇ ਨੇ। ਕਹਿਣ ਲੱਗੇ ਇਹ ਜ਼ਮੀਨ ਜਾ ਕੇ ਉੱਥੇ ਵਾਹੁਣੀ ਹੈ, ਫਸਲ ਬੀਜਣੀ ਹੈ। ਇਹ ਫਸਲ ਬੀਜ ਕੇ ਇਹਦੇ ਰਾਹੀਂ ਫਿਰ ਸੰਗਤ ਨੂੰ ਲੰਗਰ ਲਾਉਣਾ ਏ, ਸੰਗਤ ਨੂੰ ਲੰਗਰ ਲਾਉਣਾ ਏ। ਸਤਿਵਚਨ ਜੀ ਤੇ ਸਿੱਖ ਗਿਆ ਤੇ ਸਿੱਖ ਜਾ ਕੇ ਗੁਰੂ ਸਰ ਜਿਵੇਂ ਸਤਿਗੁਰ ਨੇ ਆਖਿਆ ਸੀ ਨਾ, ਉਸੇ ਤਰ੍ਹਾਂ ਹੀ ਸਾਰਾ ਕਰਮ ਕਰਦਾ ਰਿਹਾ। ਤੇ ਜਦੋਂ ਮਨ ਕਰਦਾ ਸੀ ਨਾ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਦਾਰ ਕਰਨੇ ਨੇ, ਸਿੰਘ ਮਿਲ ਜਾਵੇ ਫਿਰ ਤਾਂ ਸਿੰਘ ਦੇ ਦਰਸ਼ਨ ਦਾਰੇ ਕਰਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਸ਼ਨ ਹੁੰਦੇ ਰਹੇ। ਜਦੋਂ ਸਿੰਘ ਕੋਈ ਨਾ ਮਿਲੇ ਤੇ ਸ਼ੀਸ਼ੇ ਅੱਗੇ ਖਲੋ ਜਾਂਦੇ ਸਨ। ਸ਼ੀਸ਼ੇ ਅੱਗੇ ਖਲੋ ਕੇ ਦਰਪਣ ਦੇ ਵਿੱਚ ਆਪਣਾ ਮੁੱਖ ਦੇਖਦੇ ਸੀ ਤੇ ਇੰਜ ਲੱਗਦਾ ਸੀ ਕਿ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਖਲੋਤੇ ਨੇ। ਐਡੀ ਵੱਡੀ ਬਖਸ਼ਿਸ਼, ਐਡੀ ਰਹਿਮਤ ਇਹ ਗੁਰਦੇਵ ਨੇ ਸਾਡੇ ਉੱਤੇ ਕੀਤੀ ਹੈ। ਸੋ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਜਿਹੜਾ ਪ੍ਰਭੂ ਦਾ ਪਿਆਰਾ ਨਾ, ਪ੍ਰਭੂ ਦਾ ਪਿਆਰਾ ਭਾਣੇ ਵਿੱਚ ਹੀ ਰਹਿੰਦਾ ਹੈ। ਸਹਿਜੇ, ਕਿਉਂਕਿ ਉਹਨਾਂ ਦੀ ਅਵਸਥਾ ਬਣਦੀ ਹੈ ਸਹਿਜੇ ਹੋਏ ਸੋਈ ਭਲ ਮਾਨਾ। ਜਦੋਂ ਸਹਿਜ ਵਾਲੀ ਅਵਸਥਾ, ਆਤਮ ਅਡੋਲਤਾ ਵਾਲੀ ਅਵਸਥਾ ਬਣਦੀ ਹੈ, ਫਿਰ ਸੋਈ ਭਲ ਮਾਨਾ। ਜੋ ਪ੍ਰਭੂ ਕਰਦਾ, ਗੁਰੂ ਕਰਦਾ ਹੈ, ਉਹਨੂੰ ਭਲਾ ਕਰਕੇ ਉਹ ਗੁਰਮੁਖ ਜਨ ਮੰਨ ਲੈਂਦੇ ਨੇ। ਕਦੇ ਵੀ ਭਾਣੇ ਤੋਂ ਉਲਟ ਕਰਮ ਨਹੀਂ ਕਰਦੇ। ਤੇ ਗੱਲ ਤਾਂ ਸਹਿਜ ਵਾਲੀ ਅਵਸਥਾ ਪ੍ਰਾਪਤ ਹੋਣ ਦੀ ਹੈ। ਸਹਿਜ ਵਾਲੀ ਅਵਸਥਾ ਪ੍ਰਾਪਤ ਕਿਵੇਂ ਹੋਣੀ ਹੈ? ਜਦੋਂ ਆਪਾਂ ਆਪਣੇ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਨਾਮ ਬਾਣੀ ਦਾ ਪਹਿਰਾ ਲਾਵਾਂਗੇ ਨਾ, ਨਾਮ ਬਾਣੀ ਦਾ ਅਭਿਆਸ ਕਰਦੇ ਜਾਵਾਂਗੇ। ਸਭ ਤੋਂ ਵੱਡੀ ਦਾਤ ਹੈ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲੇ ਦੀ ਸੰਭਾਲ ਕਰਾਂਗੇ ਤੇ ਅੰਮ੍ਰਿਤ ਵੇਲੇ ਇਹ ਨਾਮ ਦਾ ਬੀਜ ਬੀਜਣ ਦਾ ਸਮਾਂ ਹੈ। ਇਹ ਬਾਰੀ ਹੈ ਸਾਡੀ ਅੰਮ੍ਰਿਤ ਵੇਲੇ। ਜੇ ਆਪਾਂ ਰਾਜਸਥਾਨ ਦੇ ਇਲਾਕੇ ਵਿੱਚ ਜਾਈਏ ਨਾ, ਉੱਧਰ ਪਾਣੀ ਦੀ ਬਾਰੀ ਹੁੰਦੀ ਹੈ ਕਿ ਅੱਜ ਫਲਾਣੇ ਖੇਤ 'ਚ ਬਣਨਾ, ਫਲਾਣੇ ਲਗਾ। ਜੇ ਬਾਰੀ ਲੰਘ ਜਾਵੇ ਉਹਦੇ ਬਾਅਦ ਵਿੱਚ ਬਾਰੀ ਆਉਂਦੀ, ਫਿਰ ਉਹ ਸਮਾਂ ਲੰਘ ਜਾਂਦਾ ਕਿ ਨਹੀਂ ਭਾਈ ਤੇਰੀ ਵਾਰੀ ਕੱਲ੍ਹ ਸੀ, ਤੂੰ ਸਮੇਂ ਅਨੁਸਾਰ ਆਪਣੀ ਫਸਲ ਨੂੰ ਪਾਣੀ ਨਹੀਂ ਲਾ ਸਕਿਆ, ਹੁਣ ਤੇਰਾ ਜਿਹੜਾ ਹੈ ਤੇਰੀ ਵਾਰੀ ਕੱਟੀ ਗਈ ਹੈ, ਹੁਣ ਬਾਅਦ ਵਿੱਚ ਦੇਖਾਂਗੇ। ਇੰਝ ਹੀ ਗੁਰੂ ਸਵਾਰਿਓ ਅੰਮ੍ਰਿਤ ਵੇਲਾ ਵੀ ਸਾਡੇ ਲਈ ਇੱਕ ਬਾਰੀ ਹੈ, ਸਮਾਂ ਹੈ ਨਾਮ ਰੂਪੀ ਬੀਜ ਬੀਜਣ ਦਾ। ਜੇ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਨਾਮ ਰੂਪੀ ਬੀਜ ਬੀਜ ਲਿਆ, ਅਸੀਂ ਆਪਣੀ ਬਾਰੀ ਸੰਭਾਲ ਲਵਾਂਗੇ। ਪਰ ਜਿਸ ਦਿਨ ਗੁਰੂ ਸਵਾਰਿਓ ਇਹ ਸਾਡੇ ਹੱਥੋਂ ਖੁੰਝ ਗਿਆ, ਕਈ ਵਾਰੀ ਆਪਾਂ ਦੇਖਦੇ ਨਾ ਆਲਸ ਆ ਜਾਂਦਾ। ਆਲਸ ਕਿਵੇਂ ਆਉਂਦਾ ਹੈ? ਸਤਿਗੁਰੂ ਤਾਂ ਹਰ ਇੱਕ ਨੂੰ ਉਠਾਉਂਦੇ ਨੇ, ਚਾਹੇ ਕੋਈ ਮਨਮੁਖ ਸੁਭਾਅ ਵਾਲਾ, ਚਾਹੇ ਗੁਰਮੁਖ ਸੁਭਾਅ ਵਾਲਾ ਹੈ, ਹਰ ਇੱਕ ਨੂੰ ਸਤਿਗੁਰੂ ਉਠਾਉਂਦੇ ਨੇ ਅੰਮ੍ਰਿਤ ਵੇਲੇ। ਤੇ ਕਈ ਤਾਂ ਉੱਠ ਕੇ ਬੈਠ ਜਾਂਦੇ ਨੇ ਤੇ ਬਾਬਾ ਫਰੀਦ ਸਾਹਿਬਾਨ ਜੀ ਵਾਂਗ ਫਿਰ ਉੱਠ ਕੇ ਉਸ ਮਾਲਕ ਦੀ ਇਬਾਦਤ ਕਰਦੇ ਨੇ। ਤੇ ਕਈ ਗੁਰੂ ਸਰ ਫਿਰ ਗੁਰੂ ਸਰ ਇਸ ਤਰ੍ਹਾਂ ਸੋ ਜਾਂਦੇ ਹਨ। ਤੇ ਕਈ ਵਾਰੀ ਸਾਡੇ ਜੀਵਨ 'ਚ ਵੀ ਇਹ ਘਟਨਾਵਾਂ ਵਾਪਰਦੀਆਂ, ਜਦੋਂ ਸਾਨੂੰ ਜਾਗ ਆਉਂਦੀ ਹੈ ਨਾ, ਤੇ ਆਪਾਂ ਕਹਿੰਦੇ ਚਲੋ ਅੱਧਾ ਘੰਟਾ ਹੋਰ ਸੋ ਜਾਈਏ, 20 ਮਿੰਟ ਆਰਾਮ ਕਰ ਲਈਏ। ਤੇ ਬਸ ਉਹ 20 ਮਿੰਟ ਜਦੋਂ ਸਾਡੀ ਅੱਖ ਲੱਗਦੀ ਹੈ, ਫਿਰ ਪਤਾ ਨਹੀਂ ਲੱਗਦਾ ਕਿ ਅੰਮ੍ਰਿਤ ਵੇਲਾ ਕਦੋਂ ਲੰਘ ਜਾਂਦਾ ਹੈ। ਬੀਜ ਬੀਜਣ ਦਾ ਸਮਾਂ ਜਿਹੜਾ ਹੈ ਉਹ ਹੱਥੋਂ ਲੰਘ ਗਿਆ।
ਉਹ ਸਮਾਂ ਫਿਰ ਵਾਪਸ ਨਹੀਂ ਆਉਂਦਾ ਹੈ। ਜੇ ਆਪਾਂ ਹੁਣ ਦੇਖੋ 2021 ਚੱਲ ਰਿਹਾ, ਜੇ ਆਪਾਂ ਕਹੀਏ ਪਿਛਲੇ ਆਪਾਂ 20 ਸਾਲ ਪਿੱਛੇ ਚਲੇ ਜਾਈਏ, ਪਿਛਲਾ ਸਮਾਂ ਆ ਜਾਵੇ ਵਾਪਸ 2001 ਵਾਪਸ ਆ ਸਕਦਾ ਹੈ? ਉਹ ਸਮਾਂ ਨਹੀਂ ਆਉਣਾ। ਇਸ ਤੋਂ ਅੱਗੇ ਤਾਂ 2022 ਆਵੇਗਾ, 23 ਆਵੇਗਾ, 24 ਅੱਗੇ ਚੱਲਦਾ ਜਾਵੇਗਾ। ਜਿਹੜਾ ਸਮਾਂ ਬੀਤ ਗਿਆ ਉਹ ਨਹੀਂ ਹੱਥ ਆਉਣਾ। ਜਿਹੜਾ ਸਮਾਂ ਸਾਨੂੰ ਮਿਲਿਆ, ਸਮੇਂ ਦੀ ਆਪਾਂ ਕਦਰ ਕਰ ਲਈਏ ਬਸ। ਜਦੋਂ ਸਮੇਂ ਦੀ ਆਪਾਂ ਕਦਰ ਕਰਾਂਗੇ ਤੇ ਫਿਰ ਗੁਰੂ ਸਵਾਰਿਓ, ਗੁਰੂ ਨੇ ਸਾਡੀ ਕਦਰ ਕਰਨੀ ਹੈ। ਸੱਚ ਹੈ, ਆਪਾਂ ਸਮੇਂ ਦੀ ਕਦਰ, ਸਮੇਂ ਨੂੰ ਸੰਭਾਲਾਂਗੇ ਨਾ, ਗੁਰੂ ਨੇ ਸਾਨੂੰ ਸੰਭਾਲ ਲੈਣਾ ਕਿ ਮੇਰਾ ਸਿੱਖ ਹੈ, ਮੈਨੂੰ ਚੇਤੇ ਕਰਦਾ, ਅੰਮ੍ਰਿਤ ਵੇਲੇ ਇਹ ਨਾਮ ਬਾਣੀ ਦਾ ਅਭਿਆਸ ਕਰਦਾ ਅਤੇ ਨਾਮ ਰੂਪੀ ਬੀਜ ਬੀਜਦਾ, ਅਤੇ ਗੁਰੂ ਨੇ ਫਿਰ ਆਪਣੇ ਆਪ ਸਾਡੇ ਉੱਤੇ ਬਖਸ਼ਿਸ਼ ਕਰਨੀ ਹੈ। ਮਹਾਂਪੁਰਖ ਇਹ ਦੱਸਦੇ ਹੁੰਦੇ ਸੀ, ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਨਾ, ਅੱਜ ਕੱਲ੍ਹ ਤਾਂ ਬੜੀ ਗੁਰੂ ਦੀ ਕਿਰਪਾ ਹੈ, ਘਰ ਘਰ ਪਾਣੀ ਦਾ ਪ੍ਰਬੰਧ ਹੈ। ਪੁਰਾਣੇ ਸਮੇਂ ਦੇ ਲੋਕ ਖੂਹਾਂ ਤੋਂ ਪਾਣੀ ਭਰਦੇ ਹੁੰਦੇ ਸਨ। ਲੋਕਾਂ ਦੇ ਘਰ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਸੀ, ਉਹਨਾਂ ਦੇ ਘਰ 'ਚ ਬਾਲਟੀਆਂ ਡੋਲ ਖੜਕਣ ਲੱਗ ਪੈਂਦੇ ਸਨ। ਅਤੇ ਮਹਾਂਪੁਰਖ ਆਖਦੇ ਹੁੰਦੇ ਸੀ, ਕਹਿੰਦੇ ਜਿਸ ਘਰ ਵਿੱਚ ਅੰਮ੍ਰਿਤ ਵੇਲੇ ਬਾਲਟੀਆਂ ਡੋਲ ਖੜਕਣ ਲੱਗ ਪੈਣ, ਕਹਿੰਦੇ ਅਸਲ ਵਿੱਚ ਉਹ ਘਰ ਵਿੱਚ ਪਰਮਾਤਮਾ ਖੁਦ ਆ ਕੇ ਵੱਸਦਾ ਏ। ਰੱਬ ਦਾ ਉੱਥੇ ਵਾਸਾ ਹੈ, ਗੁਰੂ ਦਾ ਵਾਸਾ ਏ, ਜਿਸ ਘਰ ਵਿੱਚ ਅੰਮ੍ਰਿਤ ਵੇਲੇ ਬਾਲਟੀਆਂ ਡੋਲ ਖੜਕਦੇ ਨੇ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਕੁ ਸਮਾਂ ਆਪਾਂ ਗੁਰੂ ਦੇ ਨਿਮਿੱਤ ਕੱਢ ਸਕੀਏ, ਉਹ ਸਾਡਾ ਸਮਾਂ ਸਫਲਾ ਹੋਵੇਗਾ। ਅਤੇ ਇਹੀ ਸਮਾਂ ਹੈ ਨਾਮ ਰੂਪੀ ਬੀਜ ਬੀਜਣ ਦਾ। ਇੱਥੋਂ ਜਦੋਂ ਅਸੀਂ ਬੀਜ ਬੀਜਾਂਗੇ ਅਤੇ ਚੰਗੀ ਫਸਲ ਹੋਵੇਗੀ, ਸਾਨੂੰ ਲਾਭ ਹੋਵੇਗਾ। ਅਤੇ ਸਤਿਗੁਰੂ ਕਹਿੰਦੇ ਫਿਰ ਉਹ ਜਿਹੜੀ ਆਤਮਿਕ ਅਡੋਲਤਾ ਵਾਲੀ ਅਵਸਥਾ ਜੀਵ ਦੀ ਬਣ ਸਕਦੀ ਹੈ। ਉਹ ਅਵਸਥਾ, ਜਿਸ ਅਵਸਥਾ ਨੂੰ ਪ੍ਰਾਪਤ ਕਰਕੇ ਮਨ ਕਦੇ ਡੋਲੇਗਾ ਨਹੀਂ। ਅਤੇ ਕਹਿੰਦੇ ਜਦੋਂ ਉਹ ਅਵਸਥਾ ਬਣ ਗਈ, ਫਿਰ ਸੋਈ ਭਲ ਮਨ। ਫਿਰ ਉਹੀ ਜੀਵ ਹੈ, ਕਹਿੰਦੇ ਜਿਹੜਾ ਪ੍ਰਭੂ ਦੇ ਭਾਣੇ ਨੂੰ ਭਲਾ ਕਰਕੇ ਮੰਨਦਾ ਹੈ, ਪ੍ਰਭੂ ਦੀ ਰਜਾ ਵਿੱਚ ਰਹਿੰਦਾ ਹੈ। ਬਿਨ ਸੇ ਬੈਰ ਨਾਹੀ ਕੋ ਬੈਰੀ, ਸਭ ਏਕੋ ਹੈ ਭਾਲਣਾ। ਅਤੇ ਗੁਰੂ ਸਾਹਿਬਾਨ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ, ਕਹਿੰਦੇ ਫਿਰ ਉਹਨਾਂ ਦੇ ਅੰਦਰੋਂ ਬਿਨ ਸੇ ਬੈਰ, ਬੈਰ ਭਾਵਨਾ ਸਾਰੀ ਖਤਮ ਹੋ ਜਾਂਦੀ ਹੈ। ਉਹਨਾਂ ਦੀ ਅਵਸਥਾ ਬਣ ਜਾਂਦੀ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਹੋ ਜਿਹੀ ਅਵਸਥਾ ਬਣ ਜਾਂਦੀ ਹੈ। ਅਤੇ ਕੋਈ ਉਹਨਾਂ ਦਾ ਬੈਰੀ ਨਹੀਂ ਰਹਿੰਦਾ। ਪ੍ਰਤੱਖ ਦੁਸ਼ਮਣ, ਕਾਮ ਕ੍ਰੋਧ ਲੋਭ ਰੂਪੀ ਦੁਸ਼ਮਣ, ਵਿਸ਼ੇ ਰੂਪੀ ਦੁਸ਼ਮਣ, ਇਹ ਸਾਰੇ ਖਤਮ ਹੋ ਜਾਂਦੇ ਨੇ। ਸੰਸਾਰ ਵਿੱਚ ਵਿਚਰਦਿਆਂ ਹੋਇਆਂ ਉਸ ਜੀਵ ਜਿਹੜਾ ਉਸ ਗੁਰੂ ਨੂੰ ਚੇਤੇ ਕਰਦਾ, ਮਾਲਕ ਨੂੰ ਯਾਦ ਕਰ ਜੀਵ, ਉਹਦੀ ਫਿਰ ਸਹਾਇਤਾ ਸਤਿਗੁਰੂ ਆਪ ਕਰਦੇ ਨੇ। ਕਿਉਂਕਿ ਸਾਰਿਆਂ ਨਾਲ ਉਹਨਾਂ ਗੁਣਾਂ ਦੀ ਸਾਂਝ ਪੈ, ਕੁਦਰਤੀ ਤੌਰ 'ਤੇ ਹੈ। ਰੱਬ ਦੇ ਪਿਆਰਿਆਂ ਨੂੰ ਮਾਣ ਸਨਮਾਨ ਸਤਿਕਾਰ 'ਚ ਮਿਲਦਾ ਹੈ, ਵਡਿਆਈ ਮਿਲਦੀ ਹੈ। ਉਹ ਕਾਰਨ ਕੀ ਹੈ ਕਿ ਉਹਨਾਂ ਦੇ ਅੰਦਰੋਂ ਵੈਰ ਭਾਵਨਾ ਖਤਮ ਹੋ ਚੁੱਕੀ ਹੁੰਦੀ ਹੈ। ਵੈਰ ਭਾਵਨਾ ਮੁੱਕੀ ਹੁੰਦੀ ਹੈ ਅਤੇ ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਨੂੰ ਦੇਖਦੇ ਨੇ। ਜਿਵੇਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਅਵਰ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਾ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਫਿਰ ਉਹਨਾਂ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ। ਪਰ ਹੁੰਦਾ ਉਦੋਂ ਜਦੋਂ ਗੁਰੂ ਸਵਾਰੇ ਆਪਾਂ ਨਾਮ ਬਾਣੀ ਦਾ ਅਭਿਆਸ ਕਰੀਏ, ਗੁਰੂ ਦੀ ਸਿੱਖਿਆ ਅਨੁਸਾਰ ਚੱਲੀਏ। ਕਹਿੰਦੇ ਉਹਨਾਂ ਦਾ ਕੋਈ ਫਿਰ ਬੈਰੀ ਨਹੀਂ ਰਹਿੰਦਾ, ਉਹਨਾਂ ਦੇ ਬੈਰ ਸਾਰੇ ਮੁੱਕ ਜਾਂਦੇ ਨੇ। ਸਭ ਇੱਕੋ ਹੈ ਭਾਲਣਾ।
ਤੇ ਇੱਕ ਪਰਮੇਸ਼ਰ ਦੀ ਹੀ ਉਹ ਭਾਲ ਕਰਦੇ ਨੇ। ਹਰ ਸਮੇਂ ਉਸ ਇਸੇ ਹੀ ਟੇਕ 'ਚ ਲੱਗੇ ਰਹਿੰਦੇ ਨੇ ਇਹ ਕਦੋਂ ਸਾਨੂੰ ਮਾਲਕ ਦੇ ਦੀਦਾਰ ਹੋ ਜਾਣ, ਦਰਸ਼ਨ ਹੋ ਜਾਣ। ਡਰ ਚੁਕੇ ਬਿਨ ਸੇ ਅੰਧਿਆਰੇ, ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ। ਸੰਸਾਰ ਵਿੱਚ ਵਿਚਰਦਿਆਂ ਹੋਇਆਂ ਹਰ ਇੱਕ ਮਨੁੱਖ ਦੇ ਅੰਦਰ ਡਰ ਹੈ। ਜਿਹੜਾ ਗਰੀਬ ਹੈ ਉਹ ਆਪ ਤੋਂ ਵੱਡੇ ਤੋਂ ਡਰਦਾ, ਜਿਹੜਾ ਉਹ ਹੈ ਉਹ ਤੋਂ ਵੱਡਾ ਉਹ ਆਪ ਤੋਂ ਵੱਡੇ ਡਰਦਾ। ਇਸ ਤਰ੍ਹਾਂ ਜੀਵ ਡਰਦਾ ਰਹਿੰਦਾ ਹੈ। ਹਰ ਇੱਕ ਦੇ ਅੰਦਰ ਡਰ ਜੀਵ ਨੂੰ ਸਤਾਉਂਦਾ ਹੈ। ਅਤੇ ਇਹ ਜਿਹੜਾ ਡਰ ਹੈ ਸਤਿਗੁਰੂ ਕਹਿੰਦੇ ਨੇ ਫਿਰ ਉਹਨਾਂ ਗੁਰਮੁਖਾਂ ਦੇ ਅੰਦਰੋਂ ਚੁੱਕਿਆ ਖਤਮ ਹੋ ਜਾਂਦਾ ਜਿਹੜੇ ਨਾਮ ਬਾਣੀ ਦਾ ਅਭਿਆਸ ਕਰਦੇ ਨੇ। ਡਰ ਮੁੱਕਦਾ ਅਤੇ ਬਿਨਸੇ ਅੰਧਿਆਰੇ, ਸਾਡੇ ਹਿਰਦੇ ਅੰਦਰ ਘੁੱਪ ਹਨੇਰਾ ਹੈ। ਕਮਰੇ ਦੇ 'ਚ ਕਮਰਾ ਬੰਦ ਪਿਆ ਹੋਵੇ, ਆਪਾਂ ਉਹਦੇ 'ਚ ਲਾਈਟ ਨਾ ਬਾਲੀ, ਰੋਸ਼ਨੀ ਨਾ ਕਰੀਏ ਅਤੇ ਸਾਜੋ ਸਮਾਨ ਚੁੱਕਣਾ ਹੋਵੇ, ਕੋਈ ਵਸਤੂ ਅੰਦਰ ਲੈਣੀ ਹੋਵੇ, ਹਨੇਰੇ ਵਾਲੇ ਕਮਰੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਦੀਵਾ ਬਾਲਣਾ ਪਵੇ, ਲਾਈਟ ਬਾਲਣੀ ਪਵੇਗੀ। ਜੋ ਲਾਈਟ ਬਲ ਗਈ ਫਿਰ ਜਿਹੜੀ ਸਾਡੀ ਪਈ ਹੋਈ ਅੰਦਰ ਵਸਤੂ ਹੈ ਉਹਨੂੰ ਆਪਾਂ ਸੌਖਿਆਂ ਲੱਭ ਸਕਦੇ ਹਾਂ। ਜੇ ਲਾਈਟ ਨਹੀਂ ਵਾਲੀ ਆਪਾਂ ਹਨੇਰੇ 'ਚ ਟੱਕਰਾਂ ਮਾਰਦੇ ਰਹੀਏ ਅਤੇ ਗੁਰੂ ਸਵਾਰੇ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ। ਉਹ ਵੱਖਰੀ ਗੱਲ ਹੈ। ਕਈ ਵਾਰੀ ਐਸਾ ਹੁੰਦਾ ਹੈ ਕਿ ਜਦੋਂ ਜਿਸ ਘਰ ਵਿੱਚ ਆਪਾਂ ਰਹੀਏ, ਜਿਸ ਘਰ ਵਿੱਚ ਰਹੀਏ ਨਾ, ਜਿਸ ਕਮਰੇ ਰਹਿੰਦੇ ਹੋਈਏ, ਹਨੇਰੇ ਦੇ ਵਿੱਚ ਆਪਾਂ ਹੌਲੀ ਹੌਲੀ ਆਪਣਾ ਸੰਬਾਜੋ ਸਮਾਨ ਲੱਭ ਲੈਂਦੇ ਹਾਂ, ਪਰ ਲੱਭਣਾ ਬੜਾ ਔਖਾ ਹੁੰਦਾ, ਬੜੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ। ਅਤੇ ਸਤਿਗੁਰੂ ਕਹਿੰਦੇ ਫਿਰ ਜਦੋਂ ਨਾਮ ਬਾਣੀ ਦਾ ਅਭਿਆਸ ਕੀਤਾ ਜਾਂਦਾ ਨਾ, ਇੱਕ ਤਾਂ ਜੀਵ ਦੇ ਅੰਦਰੋਂ ਜੰਮਣ ਮਰਨ ਦਾ ਡਰ ਮੁੱਕਦਾ, ਪਿਛੇ ਵਿਕਾਰਾਂ ਦਾ ਡਰ ਮੁੱਕ ਜਾਂਦਾ ਹੈ। ਕੇਵਲ ਡਰ ਰਹਿੰਦਾ ਪਰਮਾਤਮਾ ਦਾ, ਪਰਮਾਤਮਾ ਦਾ ਡਰ ਰਹਿੰਦਾ ਅਤੇ ਉਸ ਡਰ ਦੇ ਧਾਰਨੀ ਬਣ ਕੇ ਉਹ ਆਪਣੇ ਅੰਦਰੋਂ ਹਨੇਰੇ ਨੂੰ ਖਤਮ ਕਰ ਲੈਂਦੇ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਨੇ ਕਿ ਜੀਓ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਰਹਾਉ ਅੰਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਜਿਉ ਡਰਤ ਹੈ ਆਪਣਾ, ਜਿਉ ਜਿੰਦ ਆਤਮਾ ਡਰਦੀ ਹੈ। ਕਹਿੰਦੇ ਕਿਹਦੇ ਕੋਲ ਪੁਕਾਰ ਕਰਾਂ, ਮੈਨੂੰ ਮੌਤ ਦਾ ਡਰ ਸਤਾ ਰਿਹਾ ਹੈ। ਹੇ ਪਰਮੇਸ਼ਰ ਦੱਸ ਮੈਂ ਕਿਹਦੇ ਕੋਲ ਭਾਈ ਮੈਂ ਫਰਿਆਦ ਕਰਾਂ। ਅੱਗੇ ਗੁਰੂ ਕਹਿੰਦਾ ਹੈ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾ। ਜਿਹੜਾ ਦੁੱਖਾਂ ਕਹਿੰਦੇ ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਪਰਮੇਸ਼ਰ, ਕਹਿੰਦੇ ਉਸ ਮਾਲਕ ਨੂੰ ਸੇਵਨਾ ਕਰ, ਉਸ ਮਾਲਕ ਨੂੰ ਚੇਤੇ ਕਰ, ਤੇਰੇ ਅੰਦਰੋਂ ਡਰ ਖੋਫ ਖਤਮ ਹੋ ਜਾਵੇਗਾ। ਕਹਿੰਦੇ ਉਹ ਸਾਹਿਬ ਹੈ ਮਾਲਕ ਕਿਹੋ ਜਿਹਾ, ਕਹਿੰਦੇ ਸਾਹਿਬ ਮੇਰਾ ਨੀਤ ਨਵਾ, ਨਿਤਾਪਤੀ ਨਵੀਨ ਹੈ। ਆਜੂ ਦਾ ਰੂਪ ਕੋਈ ਹੋਰ ਹੈ, ਕੱਲ੍ਹ ਨੂੰ ਕੁਝ ਹੋਰ ਹੈ, ਉਹਦੇ ਅਨੇਕਾਂ ਰੂਪ ਨੇ, ਹੈ ਪਰ ਇੱਕ ਹੈ, ਰੂਪ ਉਹਦੇ ਅਨੇਕਾਂ ਨੇ। ਗੁਰਬਾਣੀ ਵਿੱਚ ਪਾਤਸ਼ਾਹ ਨੇ ਉਹਨਾਂ ਦੇ ਪਰਮੇਸ਼ਰ ਦੇ ਰੂਪਾਂ ਦਾ ਵਰਣਨ ਕੀਤਾ ਹੈ। ਕਹਿੰਦੇ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ਼੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਹੁਣ ਸਤਿਯੁਗ ਤੋਂ ਲੈ ਕੇ ਕਲਯੁਗ ਤੱਕ ਗੱਲ ਕਰਦੀ ਪਾਤਸ਼ਾਹ ਨੇ। ਕਹਿੰਦੇ ਸਤਿਯੁਗ ਦਾ ਸਮਾਂ ਸੀ, ਬਾਵਨ ਰੂਪ ਧਾਰਨ ਕੀਤਾ, ਉਦੋਂ ਵੀ ਪਰਮੇਸ਼ਰ ਤੂੰ ਹੀ ਸੀ। ਫਿਰ ਰਾਮ ਤ੍ਰੇਤੇ ਦਾ ਸਮਾਂ ਆਇਆ, ਰਾਮਚੰਦਰ ਦੇ ਰੂਪ ਵਿੱਚ ਤੂੰ ਆਇਆ ਸੰਸਾਰ ਵਿੱਚ,
ਫਿਰ ਕੰਸ ਨੂੰ ਮਾਰਨਾ ਕੀਤਾ, ਕ੍ਰਿਸ਼ਨ ਰੂਪ ਵਿੱਚ ਤੂੰ ਸੰਸਾਰ ਵਿੱਚ ਆਇਆ। ਹੁਣ ਕਲਯੁਗ ਦਾ ਸਮਾਂ ਏ, ਐ ਪਰਮੇਸ਼ਰ ਤੂੰ ਹੀ ਆਪ ਨਾਰਾਇਣ ਕਲਾ ਧਾਰ। ਜਗ ਮੈਂ ਪਰਵਰਿਓ ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਜੋਤ ਤਾਂ ਉਹੀ ਹੈ ਨਾ ਨਿਰੰਕਾਰ ਵਾਹਿਗੁਰੂ ਦੀ। ਉਹ ਜੋਤ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਵਿੱਚ ਸੰਸਾਰ ਵਿੱਚ ਪ੍ਰਗਟ ਹੋ ਗਈ। ਉਹੀ ਜੋਤ ਦਾ ਵਰਤਾਰਾ ਵਰਤ ਰਿਹਾ। ਅੱਜ ਉਹੀ ਜੋਤ ਸਾਡੇ ਵਿੱਚ ਵਿਰਾਜਮਾਨ, ਸਾਰਿਆਂ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ, ਦਸਾਂ ਪਾਤਸ਼ਾਹੀਆਂ ਜੋਤ। ਜਗਮਗ ਜੋਤ ਬਿਰਾਜ ਹੀ ਸ਼੍ਰੀ ਗੁਰੂ ਗ੍ਰੰਥ ਮਝਾਰ। ਕਹਿੰਦੇ ਇਹ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਹੈ। ਸੋ ਇਸ ਪ੍ਰਕਾਰ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ। ਉਹ ਤਾਂ ਨਿਤਾਪਤੀ ਨਵੀਨ ਹੈ, ਦਾਤਾ ਦੇਣ ਵਾਲਾ ਹੈ। ਤੇ ਪਾਤਸ਼ਾਹ ਜੀ ਇੱਥੇ ਵਚਨ ਕਰਦੇ ਹਨ, ਕਹਿੰਦੇ ਡਰ ਚੁੱਕਾ, ਡਰ ਮੁੱਕ ਗਿਆ ਉਹਨਾਂ ਦੇ ਅੰਦਰੋਂ। ਮੌਤ ਦਾ ਡਰ, ਜਮਨ ਦਾ ਡਰ, ਜੰਮਣ ਮਰਨ ਦਾ ਡਰ, ਇਹ ਸਾਰਾ ਮੁੱਕ ਗਿਆ। ਬਿਨਸੇ ਅੰਧਿਆਰੇ, ਕਹਿੰਦੇ ਹਨਿਆਰ ਜਿਹੜਾ ਅੰਧਿਆਰੇ ਹਨੇਰਾ ਅੰਦਰੋਂ ਖਤਮ ਹੋ ਗਿਆ, ਮੁੱਕ ਗਿਆ। ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ। ਨਿਰਾਰਾ ਸਭ ਤੋਂ ਵੱਖਰਾ ਹੈ ਸੰਸਾਰ ਉਸ ਮਾਲਕ ਦਾ ਪੈਦਾ ਕੀਤਾ ਹੋਇਆ, ਸੰਸਾਰ ਵਿੱਚ ਸਮਾਇਆ ਹੋਇਆ। ਕਹਿੰਦੇ ਹੈ ਨਿਰਾਲਾ, ਸਾਰਿਆਂ ਤੋਂ ਵੱਖਰਾ ਹੈ। ਕਹਿੰਦੇ ਫਿਰ ਉਹੀ ਪਰਮੇਸ਼ਰ ਕਹਿੰਦੇ ਹਿਰਦੇ ਰੂਪੀ ਘਰ ਵਿੱਚ ਪ੍ਰਗਟ ਹੋ ਗਿਆ। ਆਪ ਛੋੜ ਪਏ ਸਰਨਾਈ, ਜਿਸ ਕਾ ਸਾ ਤਿਸ ਘਾਲਣਾ। ਸਤਿਗੁਰੂ ਕਹਿੰਦੇ ਸਭ ਤੋਂ ਪਹਿਲਾਂ ਇਹ ਜੀਵ ਤੈਨੂੰ ਆਪਣੇ ਜੀਵਨ 'ਚ ਇਹ ਕਰਮ ਕਰਨਾ ਪਵੇਗਾ, ਆਪਾ ਭਾਵ ਛੱਡਣਾ ਪਵੇਗਾ। ਆਪਾ ਪਾਪ ਹੰਕਾਰ, ਮੈਂ ਤੇ ਮੈਂ ਹਾਂ, ਇਸ ਮੈਂ ਨੂੰ ਤਿਆਗਣਾ ਪਵੇਗਾ। ਮੈਂ ਨੂੰ ਛੱਡ ਕੇ ਪਏ ਸਰਨਾਈ, ਪ੍ਰਭੂ ਦੀ ਸ਼ਰਨ ਵਿੱਚ ਪੈਣਾ ਪਵੇਗਾ। ਫਿਰ ਇਸ ਤਰ੍ਹਾਂ ਜਦੋਂ ਇਹੋ ਜਿਹੀ ਇਸ ਤਰੀਕੇ ਨਾਲ ਤੂੰ ਜੀਵਨ ਬਤੀਤ ਕਰੇਗਾ, ਜਿਸ ਕਾ ਸਾ ਤਿਸ ਘਾਲਣਾ, ਜਿਸ ਪਰਮੇਸ਼ਰ ਦਾ ਤੂੰ ਹੈ, ਜਿਹਦਾ ਤੈਨੂੰ ਪੈਦਾ ਕੀਤਾ ਹੋਇਆ ਏ, ਜਿਹਨੇ ਸੰਸਾਰ 'ਚ ਭੇਜਿਆ ਏ, ਕਹਿੰਦੇ ਉਸੇ ਮਾਲਕ ਦੇ ਨਾਮ ਦੀ ਘਾਲਣਾ ਕਰਨੀ ਹੈ ਸੰਸਾਰ ਵਿੱਚ। ਉਹਨੂੰ ਚੇਤੇ ਕਰਨਾ ਹੈ। ਐਸਾ ਕੋ ਵੱਡ ਭਾਗੀ ਆਇਆ, ਆਠ ਪਹਿਰ ਜਿਨ ਖਸਮ ਧਿਆਇਆ। ਸਤਿਗੁਰੂ ਮਹਾਰਾਜ ਅਗਲੇ ਬੰਦ 'ਚ ਬਖਸ਼ਿਸ਼ ਕਰਦੇ ਹਨ, ਕਹਿੰਦੇ ਐਸਾ ਕੋ ਵੱਡ ਭਾਗੀ ਆਇਆ। ਹੁਣ ਸਾਰੇ ਗੁਰੂ ਸਾਹਿਬ ਨਾਮ ਨਹੀਂ ਜਪ ਸਕਦੇ ਨੇ, ਜਪਦੇ ਜ਼ਰੂਰ ਨੇ, ਸਾਰੇ ਆਪਣੇ ਮੰਜ਼ਿਲ ਤੱਕ ਨਹੀਂ ਪਹੁੰਚਦੇ। ਤੇ ਸਤਿਗੁਰੂ ਕਹਿੰਦੇ ਕੋਈ ਇਹੋ ਜਿਹਾ ਵੱਡ ਭਾਗੀ ਪੁਰਸ਼ ਸੰਸਾਰ ਵਿੱਚ ਐਸਾ ਕੋਈ ਬਿਰਲਾ ਆਇਆ, ਕੋਈ ਬਿਰਲਾ ਹੀ ਹੈ ਕਿ ਕਿਹੜਾ ਆਠ ਪਹਿਰ ਜਿਨ ਖਸਮ, ਤੇ ਆਠੇ ਪਹਿਰ ਭਾਵ ਦਿਨੇ ਵੀ ਰਾਤ ਵੀ 24 ਘੰਟੇ ਜਿਹਨੇ ਆਪਣੇ ਖਸਮ ਨੂੰ ਧਿਆਣਾ ਕੀਤਾ, ਭਾਵ ਪਰਮੇਸ਼ਰ ਨੂੰ ਚੇਤੇ ਰੱਖਿਆ। ਕੋਈ ਵੱਡ ਭਾਗੀ ਪੁਰਸ਼ ਹੈ। ਗੁਰੂ ਸਵਾਰਿਓ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਜੀਤ। ਵੱਡਿਆਂ ਭਾਗਾਂ ਦੇ ਨਾਲ ਗੁਰੂ ਮਿਲਦਾ, ਤੇ ਗੁਰੂ ਹੀ ਬਖਸ਼ਿਸ਼ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਨ। ਜਿਹੜਾ ਉਸ ਗੁਰੂ ਦੇ ਬਚਨਾਂ ਨੂੰ ਕਮਾ ਕੇ ਨਾਮ ਜਪਦਾ ਏ, ਫਿਰ ਉਹ ਪੁਰਸ਼ ਵੀ ਵਡਭਾਗੀ ਬਣ ਜਾਂਦਾ ਏ। ਗੁਰਪੂਰਾ ਭੇਟਿਓ ਵਡਭਾਗੀ, ਮਨ ਹੈ ਭਿਆ ਪਰਗਾਸਾ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਇਸ ਕਰਕੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਪਰਮੇਸ਼ਰ ਜਿਹੜਾ ਵਾਹਿਗੁਰੂ ਕਹਿੰਦੇ ਉਸ ਨੂੰ ਕੋਈ ਵੱਡੀਆਂ ਭਾਗਾਂ ਵਾਲਾ ਕੋਈ ਜੀਵ ਹੈ, ਜਿਹਨੇ ਕਹਿੰਦੇ ਅੱਠੇ ਪੈਰ ਆਪਣੇ ਮਾਲਕ ਨੂੰ ਧਿਆਣਾ ਕੀਤਾ ਹੈ। ਜਿਸ ਤਿਸ ਜਨ ਕੈ ਸੰਗ ਤਰੈ ਸਭ ਕੋਈ, ਸੋ ਪਰਵਾਰ ਸਧਾਰਣਾ। ਕਹਿੰਦੇ ਫਿਰ ਉਹ ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ, ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਫਿਰ ਉਹ ਰੱਬ ਦਾ ਪਿਆਰਾ ਜਨ ਬਣ ਜਾਂਦਾ, ਉਹ ਭਗਤ ਬਣ ਜਾਂਦਾ, ਗੁਰਮੁਖ ਬਣ ਜਾਂਦਾ ਹੈ। ਉਸ ਜਨ ਦੀ ਸੰਗਤ ਕਰਕੇ ਕਹਿੰਦੇ ਫਿਰ ਸਾਰੇ ਤਰ ਜਾਂਦੇ ਨੇ। ਜਿਨ੍ਹਾਂ ਨੇ ਉਸ ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ ਉਹ ਤਰ ਜਾਂਦੇ ਨੇ।
ਕਹਿੰਦੇ ਸੋ ਪਰਿਵਾਰ ਸਧਾਰਨਾ, ਜਿੱਥੇ ਉਹ ਆਪ ਤਰਦਾ ਨਾਮ ਜਪ ਕੇ ਤੇ ਆਪਣੇ ਪਰਿਵਾਰਾਂ ਦਾ ਵੀ ਸੁਧਾਰ ਕਰ ਲੈਂਦਾ ਹੈ। ਕਿਉਂਕਿ ਜਿਸ ਕੁੱਲ ਦੇ ਵਿੱਚ ਰੱਬ ਦਾ ਪਿਆਰਾ ਭਗਤ ਹੋਵੇ, ਗੁਰਮੁਖ ਹੋਵੇ, ਉਸ ਕੁੱਲ ਨੂੰ ਰਹਿੰਦੀ ਦੁਨੀਆ ਤੱਕ ਮਾਣ ਸਨਮਾਨ ਪ੍ਰਾਪਤ ਹੁੰਦਾ ਹੈ। ਲੋਕ ਉਹਨੂੰ ਵਡਿਆਈ ਦਿੰਦੇ ਉਸ ਕੁੱਲ ਨੂੰ ਕਿ ਇਸ ਕੁੱਲ ਵਿੱਚ ਰੱਬ ਦਾ ਪਿਆਰਾ ਭਗਤ ਪੈਦਾ ਹੋਇਆ ਹੈ। ਇਸ ਤਰ੍ਹਾਂ ਗੁਰੂ ਆਪਣੀ ਕੁਲਾਂ ਦਾ ਵੀ ਉਧਾਰ ਕਰਦਾ ਹੈ। ਇਹ ਬਖਸ਼ੀਸ ਖਸਮ ਤੇ ਪਾਵਾ, ਆਠ ਪਹਿਰ ਕਰ ਜੋੜ ਧਿਆਵਾ। ਤੇ ਪਾਤਸ਼ਾਹ ਕਹਿੰਦੇ ਜਿਹੜੀ ਇਹ ਬਖਸ਼ਿਸ਼ ਹੈ ਇਹ ਕਿੱਥੋਂ ਪ੍ਰਾਪਤ ਹੁੰਦੀ ਹੈ? ਖਸਮ ਤੇ ਪਾਵਾ, ਖਸਮ ਪਰਮੇਸ਼ਰ ਪਾਸੋਂ, ਵਾਹਿਗੁਰੂ ਪਾਸੋਂ ਹੀ ਕਹਿੰਦੇ ਇਹ ਪ੍ਰਾਪਤ ਹੁੰਦੀ ਹੈ। ਜਿਹਨੂੰ ਕਹਿੰਦੇ ਇਹ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹ ਆਠ ਪੈਰ ਅੱਠੇ ਪੈਰ ਕਰ ਜੋੜ ਹੱਥ ਜੋੜ ਕੇ ਉਸ ਪਰਮੇਸ਼ਰ ਨੂੰ ਧਿਆਉਂਦਾ ਹੈ, ਭਾਵ ਉਸ ਮਾਲਕ ਨੂੰ ਹੀ ਚੇਤੇ ਕਰਦਾ ਰਹਿੰਦਾ ਹੈ। ਨਾਮ ਜਪੀ ਨਾਮ ਸਹਿਜ ਸਮਾਵਾ, ਨਾਮ ਨਾਨਕ ਮਿਲੈ ਉਚਾਰਣਾ। ਮੰਗਿਆ ਕੀ ਪਾਤਸ਼ਾਹ ਨੇ? ਕਹਿੰਦੇ ਐਸੇ ਖਸਮ ਪਾਸ ਮਾਲ ਜੀ ਦਾ ਅੱਠੇ ਪੈਰ ਧਿਆਨ ਦੀ ਗੱਲ ਕੀਤੀ ਹੈ। ਕਹਿੰਦੇ ਐਸੇ ਮਾਲਕ ਪਾਸੋਂ ਮੈਂ ਇੱਕ ਹੀ ਦਾਤ ਮੰਗਦਾ ਹਾਂ। ਕਿਹੜੀ ਦਾਤ? ਕਿ ਪਰਮੇਸ਼ਰ ਮੇਰੇ 'ਤੇ ਬਖਸ਼ਿਸ਼ ਕਰ, ਨਾਮ ਜਪੀ, ਮੈਂ ਤੇਰਾ ਨਾਮ ਜਪਦਾ ਰਵਾਂ। ਨਾਮ ਸਹਿਜ ਸਮਾਂ, ਨਾਮ ਜਪ ਕੇ ਮੈਂ ਸਹਿਜ ਵਾਲੀ ਅਵਸਥਾ ਆਤਮ ਅਡੋਲਤਾ ਵਾਲੀ ਅਵਸਥਾ ਵਿੱਚ ਸਮਾ ਜਾਵਾਂ। ਨਾਮ ਨਾਨਕ ਮਿਲੈ ਉਚਾਰਣਾ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ, ਕਹਿੰਦੇ ਇਹੀ ਨਾਮ ਨਾਨਕ ਨੂੰ ਉਚਾਰਨ ਕਰਨ ਵਾਸਤੇ ਮਿਲ ਜਾਵੇ। ਨਾਨਕ ਆਪਣੀ ਰਸਨਾ ਨਾਲ ਇਸੇ ਹੀ ਨਾਮ ਦਾ ਉਚਾਰਨ ਕਰਦਾ ਹੈ। ਇਹ ਨਾਨਕ ਉੱਤੇ ਮਾਲਕ ਵਾਹਿਗੁਰੂ ਇਹ ਕਿਰਪਾ ਕਰ ਦੇਵੇ। ਇਹ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਉਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ